मैं तुहानू कुछ रिक्वेस्ट करा, तुसीं मैनू कह सकदे हो नहीं नहीं किरण ये नहीं ठीक लग रहा, इहनूं आपां तूं कुछ मोल्ड कर ला, वो हो सकदा। पर जिहड़ा हुक्म हो गया उस हुक्म दे विच किंतु परंतु नहीं हुंदी। जिस तरीके नाल हर एक धर्म का अपना अपना कोड ऑफ कंडक्ट है, जिस तरीके नाल हर एक धर्म दियां हर एक सोसाइटी दियां अपनियां मान्यताएं है, उस तरीके नाल सिखां दी अपनी मान्यता है। और सिखां दी मान्यता बनाई किन्ने है? गुरु ने। हर एक कम्यूनिटी का अपना अपना कोड ऑफ कंडक्ट होया करदा। उस कोड ऑफ कंडक्ट के जरिए ही जिहड़ी एक कलैक्टिव कॉन्शियसनैस बनदी आ। तुसीं कदी किसी नूं पुछ के देखियो जे कि बाल तुसीं कटदे क्यों, ਉਹਦਾ फायदा की है? तो उन्हां कोले जवाब होਊਗਾ या तो होਊਗਾ कि ਅਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੇ ਹਾਂ ਜਾਂ ਅਸੀਂ ਸੋਹਣੇ ਬਣਨ ਨੂੰ ਰੱਖਦੇ ਹਾਂ। ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ, ਇਹਦਾ ਮਤਲਬ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਪਰਮਾਤਮਾ ਨੇ ਤੁਹਾਡੀ ਪੂਰੀ ਬਾਡੀ ਦਾ ਢਾਂਚਾ ਤਿਆਰ ਕੀਤਾ, ਉਹਨੇ ਤੁਹਾਨੂੰ ਸੋਹਣੇ ਨਹੀਂ ਸੀ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। किरदारे खालसा दे अज के इस एपीसोड दे विच आप सब का बहुत बहुत स्वागत है जी। अज का जिहड़ा अपना एपीसोड है, ये पिछला जिहड़ा एपीसोड आपां कीता सीगा स्पैशल एपीसोड, उहदी ही कंटीन्यूटी विच मैं कर रही हाँ। उहदी कंटीन्यूटी विच करना इस करके पै रहा क्योंकि कुछ सवाल जिहड़े मेरे कोल आए जो मैनूं लगा कि बड़े इंपॉर्टेंट क्वेश्चनस ने और उन्हां नूं अर्जेंट बेसिस दे उपर सानूं डील करन दी ज़रूरत है। और एक सवाल जिहड़ा मैं तुहाडे नाल डिस्कस करूँगी, वो अगर आपां 5 हफ्तियां बाद पाउंदे तो ਉਹਦੀ फिर कोई सेंस नहीं सी रहनी। इस करके मैनूं लगा कि अज वाला जिहड़ा एपीसोड है वो आपां ਉਹਦੀ कंटीन्यूटी दे विच कर लईए। सो मैं शुरू कर रही हाँ। जिहड़ा पहला सवाल जिहड़ा मैनूं आया वो रणदीप कौर जी हुणां वल्लों आया। रणदीप कौर मैनूं पुछदे ने कि उन्हां नूं किसी ने पुछया कि असीं नौं कट्टदे हो बाल नहीं कट्टदे, है ना, ਉਹਦਾ ਕਾਰਨ ਕੀ ਹੈ? ਤਾਂ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਜੋ ਵੀ ਮੈਨੂੰ ਲੱਗਾ ਠੀਕ ਉਹਦੇ ਹਿਸਾਬ ਨਾਲ ਦੱਸ ਦਿੱਤਾ ਕਿ ਨੌ ਡਰਟੀ ਹੁੰਦੇ ਆ, ਬਟ ਹਾਊ ਟੂ ਡੀਲ ਵਿਦ ਦਿਸ ਕੁਐਸਚਨ, ਇਸ ਕੁਐਸਚਨ ਦੇ ਨਾਲ ਆਪਾਂ ਡੀਲ ਕਿੱਦਾਂ ਕਰੀਏ। ਮੈਂ ਉਹਨਾਂ ਨੂੰ ਬਕਾਇਦਾ ਪੁੱਛਿਆ ਸੀਗਾ ਕਿ ਤੁਸੀਂ ਕਿੱਦਾਂ ਚਾਹੁੰਦੇ ਆ ਮੈਨੂੰ ਜਵਾਬ ਦੇਣਾ। ਉਹ ਕਹਿੰਦੇ ਜੀ ਤੁਸੀਂ ਟੀਵੀ 'ਤੇ ਗੱਲ ਕਰ ਲਿਓ। ਫਿਰ ਮੈਨੂੰ ਲੱਗਾ ਕਿ ਇੰਪੋਰਟੈਂਟ ਕੁਐਸਚਨ ਆ, ਇਟ ਸ਼ੁੱਡ ਬੀ ਡੈਲਟ ਵਿਦ ਅਰਜੈਂਟਲੀ। ਅਤੇ ਫਿਰ ਇਸ ਕਰਕੇ ਮੈਨੂੰ ਲੱਗਾ ਅੱਜ ਆਪਾਂ ਗੱਲ ਕਰ ਲਈਏ। ਹੁਣ ਇਹ ਜਿਹੜਾ ਸਵਾਲ ਹੈ ਨਾ ਰਣਦੀਪ ਕੌਰ ਜੀ ਹੁਣਾਂ ਦਾ, ਇਹ ਰਣਦੀਪ ਕੌਰ ਜੀ ਹੁਣਾਂ ਦਾ ਸਵਾਲ ਇਕੱਲਿਆਂ ਦਾ ਨਹੀਂ, ਮੈਨੂੰ ਲੱਗਦਾ ਬਹੁਤ ਵਾਰੀ ਔਰ ਬੜੇ ਚਿਰਾਂ ਤੋਂ ਪੁੱਛਿਆ ਜਾ ਰਿਹਾ ਸਵਾਲ ਹੈ। ਮੈਂ ਥੋੜ੍ਹਾ ਜਿਹਾ ਵੀ ਜਦੋਂ ਇਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਉੱਤੇ ਭਾਈ ਮਸਕੀਨ ਸਾਹਿਬ ਹੁਣਾਂ ਨੇ ਵੀ ਬੋਲਿਆ ਹੋਇਆ। ਬੇਸਿਕਸ ਆਫ ਸਿੱਖੀ ਵਾਲਿਆਂ ਦੀ ਵੀ ਇੱਕ ਵੀਡੀਓ ਉਹਦੀ ਵੀ ਉਹਨਾਂ ਦੀ ਵੀ ਮਿਲੀ। ਡਾਕਟਰ ਅਮਰਜੀਤ ਸਿੰਘ ਹੁਣਾਂ ਦਾ ਵੀ ਮੈਨੂੰ ਇੱਕ ਕਲਿੱਪ ਮਿਲਿਆ, ਉਹਨਾਂ ਨੇ ਵੀ ਬੋਲਿਆ। ਔਰ ਹਰ ਕਿਸੇ ਨੇ ਬਾਖੂਬੀ ਇਸ ਦਾ ਜਵਾਬ ਦਿੱਤਾ ਹੋਇਆ ਕਿ ਅਸੀਂ ਕਿਉਂ ਬਾਲ ਜਿਹੜੇ ਆ ਉਹ ਨਹੀਂ ਕੱਟਦੇ ਪਰ ਨੌ ਕੱਟਦੇ ਆ। ਦਾ ਬੜਾ ਬਾਖੂਬੀ ਉਹਨਾਂ ਨੇ ਜਵਾਬ ਦਿੱਤਾ ਹੋਇਆ। ਸਿੱਖ ਮਿਸ਼ਨਰੀ ਸੁਸਾਇਟੀ ਦੀ ਵੈਬਸਾਈਟ ਦੇ ਉੱਤੇ ਇੱਕ ਡਾਕਟਰ ਬਰਿੰਦਰ ਕੌਰ ਹੁਣਾਂ ਦਾ ਪੇਪਰ ਵੀ ਪਿਆ ਆ, ਹੇਲ ਹੈਰ। ਉਹ ਪੇਪਰ ਬੜਾ ਸਰਕਾਸਟਿਕਲੀ ਉਹਨਾਂ ਲੋਕਾਂ ਨੂੰ ਜਵਾਬ ਦਿੰਦਾ ਜੋ ਬਾਲਾਂ ਨੂੰ ਅਨਹਾਈਜੀਨਿਕ ਦੱਸਦੇ ਨੇ। ਖਾਸ ਤੌਰ 'ਤੇ ਜਿਹੜੇ ਸਿੱਖ ਆਦਮੀਆਂ ਦੀ ਦਾੜੀ ਆ ਉਹਨੂੰ ਜੋ ਅਨਹਾਈਜੀਨਿਕ ਦੱਸਦੇ ਆ ਜਾਂ ਜੋ ਬੋਲਦੇ ਆ ਕਿ ਇਹ ਅਨਨੈਸੈਸਰੀ ਆ, ਉਹਦੇ ਵਾਸਤੇ ਉਹਨਾਂ ਨੇ ਬੜਾ ਇੱਕ ਸਰਕਾਸਟਿਕਲੀ ਜਵਾਬ ਦਿੱਤਾ। ਔਰ ਉਹ ਪੇਪਰ ਮੈਨੂੰ ਬੜਾ ਵਧੀਆ ਲੱਗਾ। ਉਹ ਪੇਪਰ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਮੈਨੂੰ ਤੁਸੀਂ ਕਿਰਦਾਰੇ ਖਾਲਸਾ @akalchannel.tv ਦੇ ਉੱਪਰ ਲਿਖ ਦਿਓ ਤਾਂ ਮੈਂ ਤੁਹਾਨੂੰ ਉਹਦਾ ਲਿੰਕ ਜਿਹੜਾ ਹੈ ਉਹ ਭੇਜ ਦੂੰਗੀ, ਜਾਂ ਉਹ ਪੇਪਰ ਵੀ ਤੁਹਾਨੂੰ ਮੈਂ ਭੇਜ ਸਕਦੀ ਹਾਂ। ਉਹ ਪੇਪਰ ਪੜ੍ਹਨ ਵਾਲਾ ਪੇਪਰ ਹੈ। ਉਹਦੇ ਵਿੱਚ ਕੁਛ ਮੈਨੂੰ ਲੱਗੀਆਂ ਕੁਛ ਬਟ ਹਰ ਕਿਸੇ ਦਾ ਆਪਣਾ ਆਪਣਾ ਡਿਫਰੈਂਟ ਨਜ਼ਰੀਆ ਹੁੰਦਾ, ਪਰ ਓਵਰਆਲ ਸਰਕਾਸਟਿਕਲੀ ਉਸ ਪੇਪਰ ਨੇ ਬਹੁਤ ਵਧੀਆ ਕੰਮ ਕੀਤਾ ਆ ਟੂ ਡੀਲ ਵਿਦ ਆਲ ਦਿਸ। ਔਰ ਉਹ ਪੇਪਰ ਥੋੜ੍ਹਾ ਜਿਹਾ ਹਲਕਾ ਜਿਹਾ ਟੱਚ ਵੀ ਕਰਦਾ ਆ ਜਿਹੜਾ ਨੌ ਕਿਉਂ ਕੱਟਦੇ ਆ ਔਰ ਬਾਲ ਕਿਉਂ ਨਹੀਂ ਕੱਟਦੇ, ਇਹਦੇ ਉੱਪਰ ਵੀ ਉਹਨੇ ਟੱਚ ਕੀਤਾ ਪੇਪਰ ਨੇ। ਸੋ ਉਹ ਪੇਪਰ ਵੀ ਬੜਾ ਇੰਪੋਰਟੈਂਟ ਆ। ਖੈਰ ਕਿਸੇ ਨੇ ਇਹਦਾ ਜਵਾਬ ਦਿੱਤਾ ਹੈ ਕਿ ਜਿਹੜੇ ਬਾਲ ਹੈ ਉਹ ਪੁਰਾਣਿਕ ਜਿਹੜੀ ਇੰਪੋਰਟੈਂਸ ਉਹ ਵੀ ਰੱਖਦੇ ਆ, ਜਿਹਦੇ ਵਿੱਚ ਜੋਗੀ ਭਜਨ ਸਿੰਘ ਹੁਣੀ ਜਿਹੜੇ ਹੈਗੇ ਉਹ ਵੀ ਹੈਗੇ ਆ, ਬਟ ਉਹਨਾਂ ਵੱਲ ਆਪਾਂ ਨਹੀਂ ਜਾਂਦੇ ਕਿਉਂਕਿ ਉਹਨਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਸਾਡੇ ਨਾਲ ਕੰਟਰਾਡਿਕਟ ਕਰਦੀਆਂ। ਉੱਧਰ ਆਪਾਂ ਨਹੀਂ ਜਾਂਦੇ। ਕਿਸੇ ਦਾ ਕੁਛ ਜਿਸ ਨੂੰ ਜੋ ਸਮਝ ਆਈ ਉਸਨੇ ਆਪਣੇ ਹਿਸਾਬ ਨਾਲ ਉਸਦਾ ਜਵਾਬ ਦਿੱਤਾ। ਪਰ ਅਗਰ ਇਸ ਦਾ ਇੱਕ ਜਵਾਬ ਦੇਣਾ ਹੋਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਡਾਕਟਰ ਅਮਰਜੀਤ ਸਿੰਘ ਹੁਣਾਂ ਦਾ ਜਵਾਬ ਹੈ ਨਾ ਉਹ ਬੈਸਟ ਜਵਾਬ ਹੈ। ਉਹਦੇ ਵਿੱਚ ਮੈਨੂੰ ਲੱਗਦਾ ਕਿ ਉਹ ਬੜਾ ਸਟ੍ਰੇਟ ਫਾਰਵਰਡ ਜਵਾਬ ਹੈ। ਅਤੇ ਮੈਂ ਵੀ ਅਗਰ ਉਹਦਾ ਜਵਾਬ ਦੇਣਾ ਹੋਊਗਾ ਤਾਂ ਮੈਂ ਬਕਾਇਦਾ ਇਸੇ ਤਰੀਕੇ ਨਾਲ ਹੀ ਜਵਾਬ ਦਊਂਗੀ। ਸਭ ਤੋਂ ਪਹਿਲਾ ਕਾਰਨ ਕਿ ਅਸੀਂ ਬਾਲ ਕਿਉਂ ਨਹੀਂ ਕੱਟਦੇ, ਦੋ ਅਲੱਗ-ਅਲੱਗ ਕੁਐਸਚਨ ਹੈ ਨਾ ਕਿ ਬਾਲ ਕਿਉਂ ਨਹੀਂ ਕੱਟਦੇ ਅਤੇ ਫਿਰ ਅਗਰ ਬਾਲ ਨਹੀਂ ਕੱਟਦੇ ਫਿਰ ਨਹੁੰ ਕਿਉਂ ਕੱਟਦੇ, ਦੋ ਅਲੱਗ-ਅਲੱਗ ਕੁਐਸਚਨ ਹੈ। ਬਾਲ ਕਿਉਂ ਨਹੀਂ ਕੱਟਦੇ ਕਿਉਂਕਿ ਉਹਦਾ ਸਿੱਧਾ ਸਟ੍ਰੇਟ ਫਾਰਵਰਡ ਆਨਸਰ ਉਹਦਾ ਇਹ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ।
ਇਸ ਤੋਂ ਅੱਗੇ ਮੈਨੂੰ ਨਹੀਂ ਲੱਗਦਾ ਕਿ ਇਹਦੀ ਆਪਾਂ ਨੂੰ ਇਲਾਬੋਰੇਟ ਕਰਨ ਦੀ ਲੋੜ ਆ। ਕਿਉਂ ਨਹੀਂ ਕਰਨ ਦੀ ਲੋੜ? ਕਿਉਂਕਿ ਪਹਿਲਾਂ ਤਾਂ ਗੁਰਬਾਣੀ ਕਹਿੰਦੀ ਆ, ਪੂਰੇ ਗੁਰੂ ਕਾ ਹੁਕਮ ਨਾ ਮਾਨੇ ਉਹ ਮਨਮੁਖ ਅਗਿਆਨ, ਹੈ ਨਾ। ਸਾਨੂੰ ਸਾਡੇ ਗੁਰੂ ਨੇ ਇੱਕ ਹੁਕਮ ਦੇ ਦਿੱਤਾ, ਆਪਾਂ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੁੰਦੇ, ਬੇਨਤੀ ਵਿੱਚ ਕਿੰਤੂ ਪਰੰਤੂ ਹੋ ਸਕਦੀ ਆ। ਮੈਂ ਤੁਹਾਨੂੰ ਕੁਛ ਰਿਕੁਐਸਟ ਕਰਾਂ, ਤੁਸੀਂ ਮੈਨੂੰ ਕਹਿ ਸਕਦੇ ਹੋ ਨਹੀਂ ਕਿਰਨ ਇਹ ਨਹੀਂ ਠੀਕ ਲੱਗ ਰਿਹਾ, ਇਹਨੂੰ ਆਪਾਂ ਤੂੰ ਕੁਛ ਮੋਲਡ ਕਰ ਲਾ, ਉਹ ਹੋ ਸਕਦਾ। ਪਰ ਜਿਹੜਾ ਹੁਕਮ ਹੋ ਗਿਆ, ਉਸ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੁੰਦੀ। ਪਹਿਲੀ ਤਾਂ ਬੜਾ ਸਟ੍ਰੇਟ ਫਾਰਵਰਡ ਜਿਹਾ ਤੁਹਾਡਾ ਆਨਸਰ ਇਹ ਹੈ ਕਿ ਅਗਰ ਤੁਹਾਨੂੰ ਕੋਈ ਪੁੱਛੇ ਤੁਸੀਂ ਬਾਲ ਕਿਉਂ ਨਹੀਂ ਕੱਟਦੇ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ। ਹੁਣ ਗੁਰੂ ਦੇ ਹੁਕਮ ਦੇ ਅਨੁਸਾਰ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸਿੱਖ ਕੋਡ ਆਫ ਕੰਡਕਟ ਹੈ, ਉਹਦੇ ਵਿੱਚ 4 ਬੱਜਰ ਕਰੈਤਾਂ ਨੇ, ਹੈ ਨਾ। ਉਹਨਾਂ 4 ਬੱਜਰ ਕਰੈਤਾਂ ਦੇ ਵਿੱਚੋਂ ਜਿਹੜੀ ਇੱਕ ਹੈਗੀ ਆ ਉਹ ਰੋਮਾਂ ਦੀ ਬੇਅਦਬੀ ਆ, ਕਿ ਤੁਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਹੁਣ ਬੱਜਰ ਕਰੈਤ ਉਹ ਹੁੰਦੀ ਆ ਜਿਹਨੂੰ ਪ੍ਰੋਹਿਬਿਸ਼ਨ ਆਪਾਂ ਬੋਲਦੇ ਹਾਂ। ਅਗਰ ਤੁਸੀਂ ਉਹ ਕਰ ਲੈਂਦੇ ਆ, ਯਾਨੀ ਕਿ ਤੁਸੀਂ ਹੁਕਮ ਤੋਂ ਬਾਹਰ ਚਲੇ ਜਾਂਦੇ ਆ, ਔਰ ਜੇ ਤੁਸੀਂ ਹੁਕਮ ਤੋਂ ਬਾਹਰ ਜਾਂਦੇ ਆ ਤਾਂ ਫਿਰ ਤੁਹਾਨੂੰ ਪਰਮਿਸ਼ਨ ਲੈ ਕੇ ਹੀ ਵਾਪਸ ਆਉਣਾ ਪਊਗਾ। ਸੋ ਉਹਦੇ ਵਿੱਚ ਰੋਮਾਂ ਦੀ ਬੇਅਦਬੀ, ਪਰਗਮਨ ਨਹੀਂ ਕਰਨਾ, ਦੈਟ ਮੀਨਸ ਕਿ ਕਿਸੇ ਪਰਾਈ ਇਸਤਰੀ ਜਾਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ, ਤੰਬਾਕੂ ਜਾਂ ਨਸ਼ੇ ਦਾ ਸੇਵਨ ਨਹੀਂ ਕਰਨਾ, ਕੁੱਠਾ ਨਹੀਂ ਖਾਣਾ। ਇਹ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ 4 ਬੱਜਰ ਕਰੈਤਾਂ। ਹੁਣ ਇਹ ਹੈ ਸਾਡਾ ਸਿੱਖ ਕੋਡ ਆਫ ਕੰਡਕਟ। ਹੁਣ ਇਹਦੇ ਵਿੱਚ ਨਾ ਇਹਨੂੰ ਆਪਾਂ ਬਹੁਤੇ ਲੋਕ ਜਿਹੜੇ ਇਹਨੂੰ ਜੋੜ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਕੱਟੜਵਾਦ ਹੈ। ਬੇਸਿਕਲੀ ਕੱਟੜਵਾਦ ਨਹੀਂ, ਕਿਉਂਕਿ ਹਰ ਇੱਕ ਜਿਹੜੀ ਕੌਮ ਹੁੰਦੀ ਆ ਜਾਂ ਕੋਈ ਕਮਿਊਨਿਟੀ ਹੁੰਦੀ ਆ, ਜਾਂ ਚਾਹੇ ਕੋਈ ਗਰੁੱਪ ਹੀ ਲਗਾ ਲਓ, ਚਾਹੇ ਉਹ ਕੋਈ ਦੇਸ਼ ਲਗਾ ਲਓ, ਚਾਹੇ ਕਿਸੇ ਤਰ੍ਹਾਂ ਦਾ ਵੀ, ਚਾਹੇ ਤੁਸੀਂ ਆਪਣੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੋਈ ਸੁਸਾਇਟੀ ਵੀ ਬਣਾਉਂਦੇ ਆ ਨਾ, ਤਾਂ ਉਹਦਾ ਵੀ ਕੋਈ ਕੋਡ ਆਫ ਕੰਡਕਟ ਰੱਖਦੇ ਆ ਕਿ ਸਾਡੀ ਸੁਸਾਇਟੀ ਵਿੱਚ ਇਹਦੇ ਬਾਰੇ ਗੱਲ ਹੋਊਗੀ, ਸਾਡੀ ਸੁਸਾਇਟੀ ਵਿੱਚ ਇਹਦੇ ਬਾਰੇ ਗੱਲ ਨਹੀਂ ਹੋਊਗੀ। ਇਹਦਾ ਮਤਲਬ ਇਹ ਨਹੀਂ ਕਿ ਉਹ ਸੁਸਾਇਟੀ ਜਿਹੜੀ ਆ ਉਹ ਕੱਟੜ ਹੋ ਗਈ, ਸਿਰਫ ਉਹਨਾਂ ਨੇ ਆਪਣੇ ਕੋਡ ਆਫ ਕੰਡਕਟ ਡਰਾ ਕਰ ਲਏ ਔਰ ਉਹਦੇ ਉੱਤੇ ਉਹ ਗੱਲ ਕਰ ਰਹੇ ਆ, ਦੈਟਸ ਇਟ। ਇੰਨੀ ਕੀ ਕਹਾਣੀ ਆ, ਹੋਰ ਕੋਈ ਇੱਕ ਵੱਡੀ ਗੱਲ ਨਹੀਂ ਹੁੰਦੀ ਕਿ ਉਹ ਬੰਦੇ ਜਿਹੜੇ ਆ ਉਹ ਕੱਟੜ ਹੋ ਜਾਂਦੇ ਆ ਜਾਂ ਕੱਟੜ ਨਹੀਂ ਹੋ ਜਾਂਦੇ। ਨੋ, ਇਹ ਸਿਰਫ ਇੱਕ ਕੋਡ ਆਫ ਕੰਡਕਟ ਦੀ ਗੱਲ ਹੁੰਦੀ ਆ, ਹੈ ਨਾ। ਸਾਡਾ ਇੱਕ ਆਪਣਾ ਕੋਡ ਆਫ ਕੰਡਕਟ ਹੈ, ਮੁਸਲਮਾਨਾਂ ਦਾ ਆਪਣਾ ਕੋਡ ਆਫ ਕੰਡਕਟ ਹੈ, ਕ੍ਰਿਸਚਨਸ ਦਾ ਆਪਣਾ ਕੋਡ ਆਫ ਕੰਡਕਟ ਹੈ, ਹਰ ਬੰਦੇ ਦਾ ਆਪਣਾ ਜਿਹੜਾ ਕੋਡ ਆਫ ਕੰਡਕਟ ਹੈਗਾ ਆ। ਤੁਸੀਂ ਕਿਸੇ ਮੁਸਲਮਾਨ ਨੂੰ ਪੁੱਛਿਓ ਕਿ ਉਹ ਕਈ ਜਿਹੜੇ ਮੁਸਲਮਾਨ ਨੇ ਉਹ ਪਹੁੰਚਾ ਜਿਹੜਾ ਉੱਚਾ ਕਰਕੇ ਪਾਉਂਦੇ ਆ, ਜਦੋਂ ਵੀ ਤੁਸੀਂ ਪੁੱਛਿਓ ਉਹਨਾਂ ਨੂੰ ਕਿ ਉਹ ਕਿਉਂ ਪਾਉਂਦੇ ਆ, ਉਹ ਕਾਜਲ ਲਾਉਂਦੇ ਆ, ਕਿਉਂ ਲਾਉਂਦੇ ਆ, ਉਹ ਜਿਹੜੀ ਦਾੜੀ ਆ ਉਹ ਆਪਣੀ ਮੁੱਛਾਂ ਨਹੀਂ ਰੱਖਦੇ, ਕਿਉਂ ਕਰਦੇ ਆ, ਤਾਂ ਉਹ ਕਹਿੰਦੇ ਨੇ ਕਿ ਸਾਡੇ ਮੁਹੰਮਦ ਸਾਹਿਬ ਜਿਹੜੇ ਉਹਨਾਂ ਦੇ ਪੈਗੰਬਰ ਨੇ ਉਹ ਇਸ ਤਰ੍ਹਾਂ ਕਰਦੇ ਸੀਗੇ। ਹੁਣ ਮੁਹੰਮਦ ਸਾਹਿਬ ਪੀਸ ਬੀ ਅਪੋਨ ਹਿਮ, ਕਿਉਂਕਿ ਉਹ ਇੱਦਾਂ ਹੀ ਬੋਲਦੇ, ਆਪਾਂ ਨੂੰ ਇੱਦਾਂ ਹੀ ਬੋਲਣਾ ਚਾਹੀਦਾ। ਅਗਰ ਉਹ ਉਸ ਤਰੀਕੇ ਨੂੰ ਉਹਨੂੰ ਆਪਣੇ ਕੋਡ ਆਫ ਕੰਡਕਟ ਮੰਨ ਕੇ ਚੱਲ ਰਹੇ ਨੇ ਤੇ ਉਹਦੇ ਉੱਤੇ ਕਿੰਤੂ ਕਰਨਾ ਮੈਨੂੰ ਲੱਗਦਾ ਕਿ ਥੋੜ੍ਹੀ ਬੇਵਕੂਫੀ ਆ, ਹੈ ਨਾ। ਕਿਉਂਕਿ ਅਗਰ ਉਹ ਪਹੁੰਚਾ ਉੱਚਾ ਪਾ ਰਹੇ, ਨੀਵਾਂ ਪਾ ਰਹੇ, ਤੁਹਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਬਿਕਾਜ਼ ਦੈਟ ਇਜ਼ ਨਾਟ ਹਾਰਮਿੰਗ ਯੂ। ਤੁਹਾਨੂੰ ਕੋਈ ਮੁਸ਼ਕਲ ਦੇ ਵਿੱਚ ਨਹੀਂ ਪਾ ਰਿਹਾ, ਹੈ ਨਾ, ਪਰ ਉਹਨਾਂ ਦੀ ਆਪਣੀ ਕੋਡ ਆਫ ਕੰਡਕਟ ਹੈ। ਇਸੇ ਤਰੀਕੇ ਨਾਲ ਤੁਸੀਂ ਕ੍ਰਿਸਚਨਸ ਨੂੰ ਪੁੱਛੋ ਤਾਂ ਕ੍ਰਿਸਚੈਨਿਟੀ ਦੇ ਵਿੱਚ ਜਿਹੜੀ ਹੀਬਰੂ ਬਾਈਬਲ ਦੀ ਡਿਓਟਰੋਨੋਮੀ ਬੁੱਕ ਹੈ, ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ। ਪੋਰਕ ਤੁਸੀਂ ਨਹੀਂ ਖਾ ਸਕਦੇ, ਚਿਕਨ ਤੁਸੀਂ ਖਾ ਸਕਦੇ ਹੋ। ਹੁਣ ਤੁਸੀਂ ਅਗਰ ਆਪਾਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਚਿਕਨ ਤਾਂ ਖਾ ਲੈਂਦੇ ਹੋ, ਫਿਰ ਪੋਰਕ ਕਿਉਂ ਨਹੀਂ ਖਾਂਦੇ? ਬਿਕਾਜ਼ ਦੈਟ ਇਜ਼ ਦੇਅਰ ਕੋਡ ਆਫ ਕੰਡਕਟ। ਉਹਨੂੰ ਉਹ ਕਿਸੇ ਤਰੀਕੇ ਨਾਲ ਮਰਜ਼ੀ ਕਹਿਣ ਕਿ ਉਹ ਅਨਕਲੀਨ ਹੈ ਜਾਂ ਉਹ ਕਲੀਨ ਹੈ, ਬਟ ਦੈਟ ਇਜ਼ ਦੇਅਰ ਕੋਡ ਆਫ ਕੰਡਕਟ। ਕੁਛ ਲੋਕ ਜਿਹੜੇ ਪੋਰਕ ਖਾਂਦੇ ਆ, ਕੁਛ ਨਹੀਂ ਖਾਂਦੇ, ਨਾਟ ਮਤਲਬ ਕ੍ਰਿਸਚਨਸ ਨਹੀਂ, ਬਟ ਜਿਹੜੇ ਹੋਰ ਖਾਂਦੇ ਆ, ਹੁਣ ਉਹਨਾਂ ਨੂੰ ਪੁੱਛੋ ਤੁਸੀਂ ਕਿਉਂ ਖਾਂਦੇ ਹੋ, ਅਤੇ ਉਹਨਾਂ ਦਾ ਆਪਣਾ ਕੋਈ ਇੱਕ ਆਈਡੀਆ ਹੋਊਗਾ। ਸੋ ਇਹ ਹਰ ਇੱਕ ਕਮਿਊਨਿਟੀ ਦਾ ਆਪਣਾ ਕੋਡ ਆਫ ਕੰਡਕਟ ਹੋਇਆ ਕਰਦਾ। ਉਸ ਕੋਡ ਆਫ ਕੰਡਕਟ ਦੇ ਜ਼ਰੀਏ ਹੀ ਜਿਹੜੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਬਣਦੀ ਆ, ਹੈ ਨਾ। ਤੁਸੀਂ ਮੇਰੇ ਨਾਲ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਸਾਡੇ 'ਚ ਕੁਝ ਇੱਕ ਰੈਲੇਵੈਂਟ ਚੀਜ਼ ਹੈਗੀ ਹੈ ਜੋ ਸਾਨੂੰ ਜੋੜ ਰਹੀ ਆ। ਹੁਣ ਉਹ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਨਾ, ਉਹ ਬਕਾਇਦਾ ਜਦੋਂ ਆਪਾਂ ਇੱਕੋ ਜਿਹੇ ਹੁੰਦੇ ਹਾਂ ਉਦੋਂ ਆਉਂਦੀ ਹੁੰਦੀ ਆ। ਸੋ ਇਹਨੂੰ ਆਪਾਂ ਬੜਾ ਸਿੰਪਲ ਜਿਹੀ ਫਿਲੋਸਫੀ ਦੇ ਵਿੱਚ ਸਮਝੀਏ ਤਾਂ ਇੱਕ ਇਹ ਆ ਕਿ ਇਹ ਸਾਡੇ ਗੁਰੂ ਦਾ ਹੁਕਮ ਹੈ, ਅਸੀਂ ਆਪਣੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਜੋ ਸਾਨੂੰ ਸਿੱਖ ਕੋਡ ਆਫ ਕੰਡਕਟ ਦਿੱਤਾ ਗਿਆ, ਅਸੀਂ ਉਹਦੇ ਬਕਾਇਦਾ ਉਹਦੇ ਬਰਾਬਰ ਅਸੀਂ ਚੱਲਦੇ ਹਾਂ। ਸਾਡੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੁੰਦਾ ਕਿ ਤੁਸੀਂ ਨਹੁੰ ਨਹੀਂ ਕੱਟਣੇ, ਤਾਂ ਅਸੀਂ ਉਹ ਵੀ ਨਾ ਕੱਟਦੇ, ਪਰ ਉਹਨੇ ਨਹੀਂ ਹੁਕਮ ਦਿੱਤਾ। ਉਹ ਕਿਉਂ ਨਹੀਂ ਦਿੱਤਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਆਪਣੀ ਮੱਤ ਦੇ ਅਕੋਰਡਿੰਗ, ਪਰ ਇਹ ਇੱਕ ਕੋਡ ਆਫ ਕੰਡਕਟ ਦੀ ਗੱਲ ਆ। ਪਹਿਲੀ ਤਾਂ ਜਦੋਂ ਤੁਸੀਂ ਰਣਦੀਪ ਕੌਰ ਜੀ, ਜਦੋਂ ਇਸ ਕੁਐਸਚਨ ਨੂੰ ਤੁਸੀਂ ਡੀਲ ਕਰਨਾ ਤਾਂ ਇਹਨੂੰ ਬੜਾ ਬੇਸਿਕ ਲੈਵਲ ਤੋਂ ਡੀਲ ਕਰਿਓ। ਕੰਪਲੈਕਸਿਟੀਜ਼ ਦੇ ਵਿੱਚ ਆਪਾਂ ਬਾਅਦ ਵਿੱਚ ਜਾਵਾਂਗੇ। ਪਹਿਲਾਂ ਤੋਂ ਬੇਸਿਕ ਆਨਸਰ ਇਹ ਹੈ ਕਿ ਜਿਸ ਤਰੀਕੇ ਨਾਲ ਹਰ ਇੱਕ ਧਰਮ ਦਾ ਆਪਣਾ ਕੋਡ ਆਫ ਕੰਡਕਟ ਹੈ, ਜਿਸ ਤਰੀਕੇ ਨਾਲ ਹਰ ਇੱਕ ਧਰਮ ਦੀਆਂ, ਹਰ ਇੱਕ ਸੁਸਾਇਟੀ ਦੀਆਂ ਆਪਣੀਆਂ ਮਾਨਤਾਵਾਂ ਹੈ, ਉਸੇ ਤਰੀਕੇ ਨਾਲ ਸਿੱਖਾਂ ਦੀ ਆਪਣੀ ਮਾਨਤਾ ਹੈ। ਔਰ ਸਿੱਖਾਂ ਦੀ ਮਾਨਤਾ ਬਣਾਈ ਕਿਹਨੇ ਹੈ? ਗੁਰੂ ਨੇ।
ਔਰ ਗੁਰੂ ਦੇ ਜੋ ਹੁਕਮ ਦੇ ਵਿੱਚੋਂ ਨਿਕਲਿਆ ਉਹ ਸਾਡੀ ਮਾਨਤਾ ਹੈ, ਅਸੀਂ ਇਸ ਕਰਕੇ ਉਹ ਕੰਮ ਕਰਦੇ ਹਾਂ, ਜਾਂ ਅਸੀਂ ਉਹ ਕੰਮ ਦੂਜਾ ਜਿਹੜਾ ਉਹਨਾਂ ਨੇ ਮਨਾ ਕੀਤਾ ਉਹ ਨਹੀਂ ਕਰਦੇ। ਹੁਣ ਇਹ ਜਿਹੜਾ ਹੁਕਮ ਹੈ, ਹੁਣ ਆਪਾਂ ਅੱਗੇ ਗੱਲ ਆਈਏ ਵੀ ਹੁਕਮ ਜਿਹੜਾ ਕਿਉਂ ਹੈ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਬੇਨਤੀ ਬਾਰੇ ਤਾਂ ਕਿੰਤੂ ਪਰੰਤੂ ਹੁੰਦਾ ਆ ਕਿ ਉਹਨੇ ਮੇਰੇ ਕੋਲ ਬੇਨਤੀ ਕੀਤੀ, ਕਿਉਂ ਨਹੀਂ ਕੀਤੀ। ਬਟ ਜਿਹੜਾ ਹੁਕਮ ਆ ਨਾ ਉਹਦੀ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ, ਹੁਕਮ ਹੁੰਦਾ ਹੈ ਬਸ। ਤੁਹਾਨੂੰ ਕੋਈ ਹੁਕਮ ਦੇ ਦਿੱਤਾ ਗਿਆ ਗੁਰੂ ਨੇ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਆਪਣਾ ਹੁਕਮ ਥੋੜ੍ਹਾ ਜਿਹਾ ਦੁਬਾਰਾ ਰਿਵਾਈਜ਼ ਕਰ ਲਾ। ਬੇਨਤੀ ਨੂੰ ਤੁਸੀਂ ਰਿਵਾਈਜ਼ ਕਰਨ ਨੂੰ ਕਹਿ ਸਕਦੇ ਹੋ। ਖੈਰ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਣ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਗੁਰੂ ਜਦੋਂ ਸਾਨੂੰ ਇਹ ਹੁਕਮ ਮੰਨਣ ਨੂੰ ਕਹਿ ਰਿਹਾ ਤਾਂ ਉਹ ਕਹਿ ਕੀ ਰਿਹਾ। ਸਭ ਤੋਂ ਵੱਡਾ ਜਿਹੜਾ ਜਿਹਨੂੰ ਆਪਾਂ ਵਾਹਿਗੁਰੂ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਆਪਾਂ ਪਿੱਛੇ ਗੱਲ ਵੀ ਕਰ ਲਈ, ਵਾਹਿਗੁਰੂ ਜਾਂ ਜਿਹੜਾ ਅਕਾਲ ਪੁਰਖ ਹੈ, ਜਿਹੜਾ ਉਹਦਾ ਹੁਕਮ ਹੈ, ਉਹ ਦੇਖੋ ਉਹਨੇ ਤੁਹਾਨੂੰ ਬਣਾ ਕੇ ਭੇਜਿਆ। ਅਗਰ ਪਰਮਾਤਮਾ ਨੂੰ, ਕਿਉਂਕਿ ਤੁਹਾਡੀ ਪੂਰੀ ਬਾਡੀ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਐਨਾਲਾਈਜ਼ ਕਰੋ ਨਾ, ਤੁਹਾਡੀ ਪੂਰੀ ਬਾਡੀ ਕੋਡੀਫਾਈਡ ਹੈ, ਤੁਹਾਡੀ ਪੂਰੀ ਬਾਡੀ ਵਿੱਚ ਕੋਡਸ ਦੇ ਵਿੱਚ ਗੱਲ ਹੈ। ਜਿੱਦਾਂ ਆਪਾਂ ਕੰਪਿਊਟਰ ਦੀ ਮਸ਼ੀਨ ਬਣਾ ਦਿੱਤੀ, ਔਰ ਕੰਪਿਊਟਰ ਦੀ ਮਸ਼ੀਨ ਚੱਲੂਗੀ ਕਿੱਦਾਂ, ਜਿਹੜੇ ਉਹਦੇ ਵਿੱਚ ਜਿਹੜੇ ਪ੍ਰੋਗਰਾਮਸ ਫਿੱਟ ਕੀਤੇ ਗਏ ਹੋਣਗੇ। ਹੁਣ ਤੁਹਾਡੀ ਬਾਡੀ ਦੇ ਵਿੱਚ ਪਰਮਾਤਮਾ ਨੇ ਪ੍ਰੋਗਰਾਮ ਫਿੱਟ ਕੀਤੇ ਹੋਏ ਆ। ਕਿੱਦਾਂ? ਤੁਹਾਡੀ ਆਪਣੇ ਇਹ ਬੜੀਆਂ ਛੋਟੀਆਂ ਗੱਲਾਂ, ਮੈਨੂੰ ਲੱਗਦਾ ਜਿਹੜਾ ਕੋਈ 6ਵੀਂ 7ਵੀਂ ਦਾ ਸਟੂਡੈਂਟ ਹੈ ਨਾ ਬਾਇਓਲੋਜੀ ਦਾ, ਉਹ ਵੀ ਦੱਸ ਦੂਗਾ। ਪਰ ਜਦੋਂ ਤੁਹਾਡੇ ਪੈਰ ਦੇ ਉੱਪਰ ਕੋਈ ਚੀਜ਼ ਵੱਜਦੀ ਆ ਅਤੇ ਇਮੀਡੀਏਟਲੀ ਤੁਹਾਨੂੰ ਦਰਦ ਮਹਿਸੂਸ ਹੁੰਦੀ ਆ। ਉਹ ਕਿੱਦਾਂ ਹੁੰਦੀ ਆ? ਤੁਸੀਂ ਕਿਸੇ ਛੋਟੇ ਬੱਚੇ ਕੋਈ ਪੁੱਛ ਲਿਓ, ਤੁਹਾਨੂੰ ਦੱਸ ਦੂਗਾ, ਕਿਉਂਕਿ ਨਿਊਰੋਨਸ ਦੇ ਨਾਲ ਅਸੀਂ ਪੂਰੀ ਬਾਡੀ ਇੱਕ ਦੂਜੇ ਨਾਲ ਅਟੈਚਡ ਆ, ਔਰ ਉਹ ਸਾਡੇ ਦਿਮਾਗ ਨੂੰ ਸਿਗਨਲ ਦਿੰਦਾ। ਸਾਨੂੰ ਕੋਈ ਚੀਜ਼ ਗਰਮ ਲੱਗਦੀ, ਅਸੀਂ ਇੱਕਦਮ ਹੱਥ ਪਿੱਛੇ ਕਰਦੇ ਹਾਂ। ਕਿਉਂ? ਉਹ ਰਿਫਲੈਕਸ ਐਕਸ਼ਨ ਕਿੱਥੋਂ ਆਉਂਦਾ? ਕਿਉਂਕਿ ਸਾਡੀ ਬਾਡੀ ਪ੍ਰੋਗਰਾਮਡ ਹੈ ਇਸ ਤਰੀਕੇ ਨਾਲ। ਉਹ ਪਰਮਾਤਮਾ ਨੇ ਪ੍ਰੋਗਰਾਮਿੰਗ ਕੀਤੀ ਹੋਈ ਆ, ਉਹ ਜਿਹੜੀ ਸੁਪਰੀਮ ਪ੍ਰੋਗਰਾਮਿੰਗ ਹੈ। ਹੁਣ ਜੋ ਇੰਨਾ ਸੁਪਰੀਮ ਹੈ, ਜੋ ਇੰਨਾ ਸਰਵ ਸ੍ਰੇਸ਼ਟ ਹੈ ਕਿ ਉਸਨੇ ਇੰਨੀਆਂ ਸਾਰੀਆਂ ਮੂਰਤਾਂ ਬਣਾਈਆਂ, ਔਰ ਉਹਨਾਂ ਦੇ ਵਿੱਚ ਹਰ ਇੱਕ ਤਰੀਕੇ ਦੀ ਉਹ ਜਿਹੜੀ ਕੋਡੀਫਿਕੇਸ਼ਨ ਉਹਦੀ ਕਦੀ ਗਲਤ ਨਹੀਂ ਹੁੰਦੀ, ਹੈ ਨਾ। ਜਿੱਥੇ ਮਾਲ ਫੰਕਸ਼ਨਿੰਗ ਹੁੰਦੀ ਹੈ ਸਾਡੇ ਕਰਕੇ ਹੁੰਦੀ ਹੈ, ਅਸੀਂ ਗੜਬੜ ਕਰਦੇ ਹਾਂ। ਪਰ ਚਲੋ, ਉਹਨੇ ਅਗਰ ਤੁਹਾਨੂੰ ਬਾਲ ਦਿੱਤੇ ਆ ਨਾ, ਕੇਸ ਦਿੱਤੇ ਆ, ਤਾਂ ਉਹਨੇ ਕਿਸੇ ਕਾਰਨ ਕਰਕੇ ਦਿੱਤੇ ਆ। ਕੇਸ ਤੁਹਾਡੇ ਬਾਲਾਂ ਦੇ ਉੱਤੇ ਆ, ਤੁਹਾਡੇ ਭਰਵੱਟਿਆਂ 'ਤੇ ਆ, ਆਈਲੈਸ਼ਿਸ 'ਤੇ ਆ, ਜਾਂ ਜਿੱਥੇ ਵੀ ਤੁਹਾਡੀ ਬਾਡੀ ਦੇ ਉੱਪਰ ਬਾਲ ਹੈਗੇ ਆ, ਬਕਾਇਦਾ ਉੱਥੇ ਹੀ ਕਿਉਂ ਆ, ਹੈ ਨਾ। ਤੁਸੀਂ ਦੇਖੋ ਮੱਥੇ ਦਾ ਇੱਥੇ ਕਿਉਂ ਨਹੀਂ ਆ, ਉਹਦਾ ਕੋਈ ਨਾ ਕੋਈ ਤਾਂ ਰੀਜ਼ਨ ਹੋਊਗਾ ਨਾ, ਉਹਦੀ ਕੋਈ ਨਾ ਕੋਈ ਕੋਡੀਫਿਕੇਸ਼ਨ ਤਾਂ ਉਹਨੇ ਕੀਤੀ ਹੋਊਗੀ ਨਾ। ਅਸੀਂ ਪ੍ਰੋਬਲਮ ਕਦੋਂ ਕ੍ਰੀਏਟ ਕਰਦੇ ਹਾਂ? ਜਦੋਂ ਅਸੀਂ ਪਰਮਾਤਮਾ ਤੋਂ ਸਿਆਣੇ ਹੋਣੇ ਸ਼ੁਰੂ ਹੋ ਜਾਂਦੇ ਹਾਂ। ਜਦੋਂ ਸਾਨੂੰ ਲੱਗਦਾ ਹੈ ਕਿ ਨਹੀਂ, ਜਿਹੜਾ ਪਰਮਾਤਮਾ ਉਹਨੇ ਮੈਨੂੰ ਥੋੜ੍ਹਾ ਜਿਹਾ ਗਲਤ ਬਣਾਇਆ, ਮੈਂ ਥੋੜ੍ਹਾ ਹੋਰ ਸੋਹਣਾ ਬਣ ਸਕਦਾ। ਤੁਸੀਂ ਕਦੀ ਕਿਸੇ ਨੂੰ ਪੁੱਛ ਕੇ ਦੇਖਿਓ ਜੇ ਕਿ ਬਾਲ ਤੁਸੀਂ ਕੱਟਦੇ ਕਿਉਂ, ਉਹਦਾ ਫਾਇਦਾ ਕੀ ਆ? ਅਤੇ ਉਹਨਾਂ ਕੋਲ ਜਵਾਬ ਹੋਊਗਾ, ਜਾਂ ਤਾਂ ਹੋਊਗਾ ਕਿ ਅਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੇ ਹਾਂ, ਜਾਂ ਅਸੀਂ ਸੋਹਣੇ ਬਣਨ ਨੂੰ ਰੱਖਦੇ ਹਾਂ। ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ, ਇਹਦਾ ਮਤਲਬ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਪਰਮਾਤਮਾ ਨੇ ਤੁਹਾਡੀ ਪੂਰੀ ਬਾਡੀ ਦਾ ਢਾਂਚਾ ਤਿਆਰ ਕੀਤਾ, ਉਹਨੇ ਤੁਹਾਨੂੰ ਸੋਹਣੇ ਨਹੀਂ ਸੀ ਬਣਾਇਆ। ਕਿਆ ਪਰਮਾਤਮਾ ਦੀ ਜਿਹੜੀ ਰਜ਼ਾ ਆ ਉਹਦੇ 'ਚ ਕੋਈ ਕਮੀ ਸੀਗੀ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਦ ਨੂੰ ਇਹ ਸਭ ਕੁਛ ਕਰਨਾ ਪਊਗਾ? ਸੋ ਬੇਸਿਕਲੀ ਤੁਸੀਂ ਜਦੋਂ ਇਹੋ ਜਿਹਾ ਕੁਛ ਕਰ ਰਹੇ ਹੁੰਦੇ ਆ, ਤਾਂ ਉਦੋਂ ਤੁਸੀਂ ਉਹਦੀ ਹੋਂਦ ਨੂੰ ਚੇਤਾਵਨੀ ਦੇ ਰਹੇ ਹੁੰਦੇ ਆ। ਜੋ ਵਾਲ ਕੱਟਦਾ ਆ ਉਹ ਵੀ ਉਹਦੀ ਮਰਜ਼ੀ, ਨਹੀਂ ਕੱਟਣ ਵਾਲਿਆਂ ਦੀ ਆਪਣੀ ਮਰਜ਼ੀ। ਇਹਨਾਂ ਦੋਨਾਂ ਚੀਜ਼ਾਂ ਨੂੰ ਰਲਾਉਣਾ ਨਹੀਂ ਚਾਹੀਦਾ। ਪਰ ਜਦੋਂ ਆਪਾਂ ਰਲਾ ਕੇ ਜਦੋਂ ਆਪਾਂ ਕੁਐਸਚਨ ਕਰਾਂਗੇ, ਤਾਂ ਫਿਰ ਆਨਸਰ ਸਾਨੂੰ ਸੁਣਨੇ ਪੈਣਗੇ, ਹੈ ਨਾ। ਫਿਰ ਸਾਨੂੰ ਇੱਕ ਦੱਸਣਾ ਪਊਗਾ ਕਿ ਅੱਛਾ, ਅਸੀਂ ਵਾਲ ਕੱਟਦੇ ਹਾਂ ਤਾਂ ਕਿਉਂ ਕੱਟਦੇ ਹਾਂ, ਉਹਨਾਂ ਵਾਲਾਂ ਨੂੰ ਕੱਟਣ ਦੇ ਵਿੱਚ ਕਾਰਨ ਕੀ ਆ। ਜਿਹੜੇ ਸਿੱਖ ਵਾਲ ਨਹੀਂ ਕੱਟਦੇ, ਜੇ ਆਪਾਂ ਉਹਨਾਂ ਨੂੰ ਸਵਾਲ ਪੁੱਛ ਰਿਹਾ ਕੋਈ, ਤਾਂ ਅਗਲੇ ਨੂੰ ਇਹ ਸਵਾਲ ਕਰੋ ਕਿ ਫਿਰ ਤੁਸੀਂ ਵਾਲ ਕੱਟਦੇ, ਇਹਦਾ ਫਾਇਦਾ ਕੀ ਆ। ਜਦੋਂ ਇਹ ਕਹੇ ਕਿ ਅਸੀਂ ਸੋਹਣੇ ਬਣਦੇ, ਦੈਟ ਮੀਨਸ ਕਿ ਪਰਮਾਤਮਾ, ਜਿਹਨੂੰ ਤੁਸੀਂ ਅੱਲਾ ਕਹਿੰਦੇ ਆ, ਰਾਮ ਕਹਿੰਦੇ ਆ, ਵਾਹਿਗੁਰੂ ਕਹਿੰਦੇ ਆ, ਅਕਾਲ ਪੁਰਖ ਕਹਿੰਦੇ ਆ, ਭਗਵਾਨ ਕਹਿੰਦੇ ਆ, ਜਿਸ ਵੀ ਨਾਮ ਨਾਲ ਆਪਾਂ ਉਸ ਨੂੰ ਜਾਣਦੇ ਹਾਂ, ਗੋਡ ਕਹਿੰਦੇ ਆ, ਇਸ ਦਾ ਮਤਲਬ ਹੈ ਜਿਹਨੂੰ ਤੁਸੀਂ ਸੁਪਰੀਮ ਮੰਨਦੇ ਹੋ, ਦੈਟ ਮੀਨਸ ਕਿ ਤੁਹਾਨੂੰ ਇਹ ਲੱਗਦਾ ਕਿ ਉਹ ਸੁਪਰੀਮ ਹੈ ਨਹੀਂ, ਉਹਦੇ ਕੋਲ ਦਿਮਾਗ ਨਹੀਂ ਸੀਗਾ ਕਿ ਉਹਨੇ, ਜੇ ਉਹਨੂੰ ਲੱਗਦਾ ਕਿ ਤੁਸੀਂ ਇੰਨਾ ਸੋਹਣੇ ਲੱਗਣੇ, ਉਹਨੇ ਤੁਹਾਡੇ ਵਾਲ ਓਨੇ ਕੀ ਰੱਖਣੇ ਸੀਗੇ, ਹੈ ਨਾ। ਉਹਨੇ ਤੁਹਾਨੂੰ ਬਕਾਇਦਾ ਵਾਲ ਦਿੱਤੇ ਆ, ਦੈਟ ਮੀਨਸ ਉਹਦਾ ਕੋਈ ਨਾ ਕੋਈ ਤੁਹਾਡੀ ਪੂਰੀ ਬਾਡੀ ਦੀ ਪ੍ਰੋਗਰਾਮਿੰਗ ਦੇ ਵਿੱਚ ਕੋਈ ਨਾ ਕੋਈ ਕੋਡੀਫਿਕੇਸ਼ਨ ਜ਼ਰੂਰ ਹੋਊਗੀ। ਸੋ ਇੱਕ ਤਾਂ ਗੱਲ ਇਹ ਹੋ ਗਈ ਜੀ। ਉਸ ਤੋਂ ਅਗਲੀ ਜਿਹੜੀ ਲਾਈਨ ਹੈ ਉਹ ਥੋੜ੍ਹਾ ਜਿਹਾ ਮੈਂ ਹਟ ਕੇ ਇਸ ਮੁੱਦੇ ਨਾਲ ਥੋੜ੍ਹੀ ਜਿਹੀ ਹਟ ਕੇ ਗੱਲ ਕਰੂੰਗੀ। ਉਹਨੂੰ ਇਹਦੇ ਨਾਲ ਮਿਕਸ ਨਾ ਕਰਿਓ। ਇਹ ਮੈਨੂੰ ਬਾਰ-ਬਾਰ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਮੇਰੀ ਪਿਛਲੇ ਕੁਛ ਐਪੀਸੋਡ ਸੀ, ਮੇਰੀ ਨਾ ਇੱਕ ਐਕਸਪੀਰੀਅੰਸ ਹੈ ਕਿ ਕੋਈ ਇੱਕ ਅੱਖਰ ਨੂੰ ਫੜ ਲੈਂਦੇ ਆ ਲੋਕ, ਤਾਂ ਉਹਦੇ ਉੱਤੇ ਹੀ ਉਹ ਚੱਲੀ ਜਾਂਦੇ ਆ। ਜਿਵੇਂ ਮੈਂ ਪਿੱਛੇ ਜੇ ਇੱਕ ਵਾਰੀ ਇੱਕ ਗੱਲ ਕਹੀ ਸੀਗੀ ਕਿ ਓਸ਼ੋ ਜੋ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੇ ਰਸਨਾ ਦੇ ਵਿੱਚੋਂ ਨਿਕਲੇ ਹੋਏ ਇੱਕ ਬੋਲ ਦੇ ਵਿੱਚ ਕਈ ਵੇਦ ਨੇ।
ਤਾਂ ਮੇਰਾ ਉੱਥੇ ਇਹਦਾ ਮਤਲਬ ਇਹ ਨਹੀਂ ਸੀਗਾ ਕਿਤੇ ਵੀ ਕਿ ਓਸ਼ੋ ਨੂੰ ਮੈਂ ਬਹੁਤ ਮੰਨਦੀ ਹਾਂ। ਮੈਂ ਓਸ਼ੋ ਦੀ ਬਹੁਤ ਵੱਡੀ ਕ੍ਰਿਟੀਕ ਹਾਂ। ਮੈਂ ਉਹਦੇ ਬਾਰੇ ਮੈਨੂੰ ਲੱਗਦਾ ਕਿ ਜਿੰਨਾ ਕੁ ਮੈਂ ਉਹਦੇ ਬਾਰੇ ਲਿਖਿਆ ਆ ਕਿ ਉਹਦੀਆਂ ਕਿੱਥੇ ਕਿੱਥੇ ਕਮੀਆਂ ਸੀਗੀਆਂ, ਔਰ ਬਾਕਾਇਦਾ ਜਦੋਂ ਖੈਰ ਇਹ ਇੱਕ ਡਿਫਰੈਂਟ ਇਸ਼ੂ ਹੋ ਜਾਊਗਾ, ਲੇਕਿਨ ਜੋ ਮੈਂ ਉਹਦੇ ਬਾਰੇ ਮੈਂ ਲਿਖਦੀ ਰਹੀ ਹਾਂ ਉਹ ਬੜੇ ਬੇਸਿਕ ਲੈਵਲ ਦੇ ਉੱਪਰ ਔਰ ਬੜੇ ਕੰਪਲੈਕਸ ਲੈਵਲ ਦੇ ਉੱਪਰ ਕ੍ਰਿਟਿਸਿਜ਼ਮ ਕਰਦੀ ਰਹੀ ਹਾਂ। ਮੇਰਾ ਸਿਰਫ ਉੱਥੇ ਓਸ਼ੋ ਨੂੰ ਕੋਟ ਕਰਨ ਦਾ ਮਤਲਬ ਇਹ ਸੀ ਕਿ ਓਸ਼ੋ ਉਹ ਬੰਦਾ ਹੈ ਜਿਹੜਾ ਹਰ ਇੱਕ ਤਰੀਕੇ ਨਾਲ ਹਰ ਇੱਕ ਧਰਮ ਦੀ ਭੰਡੀ ਕਰਦਾ, ਪਰ ਉਹ ਗੁਰੂ ਨਾਨਕ ਬਾਰੇ ਇਹ ਕਹਿ ਰਿਹਾ। ਤਾਂ ਇਸ ਦਾ ਮਤਲਬ ਹੈ ਕਿ ਸਿੱਖਾਂ ਦੇ ਵਿੱਚ ਕੋਈ ਕਮੀ ਹੈ ਜੋ ਗੁਰੂ ਨਾਨਕ ਨੂੰ ਪੂਰਨ ਰੂਪ ਦੇ ਵਿੱਚ ਸਮਝ ਨਹੀਂ ਸਕੇ। ਜਦੋਂ ਇੱਕ ਬਾਹਰ ਦਾ ਬੰਦਾ ਸਮਝ ਰਿਹਾ ਤਾਂ ਗੁਰੂ ਨਾਨਕ ਨੂੰ ਉਹਦੇ ਆਪਣੇ ਸਿੱਖ ਕਿਉਂ ਨਹੀਂ ਸਮਝ ਸਕੇ। ਇੰਨੀ ਕੀ ਮੇਰੀ ਕਹਾਣੀ ਸੀ। ਇਸ ਕਰਕੇ ਮੈਨੂੰ ਅੱਜ ਹੁਣ ਇਹ ਬਾਰ-ਬਾਰ ਕਹਿਣਾ ਪੈ ਰਿਹਾ ਕਿ ਜਿਹੜਾ ਹੁਣ ਮੈਂ ਅਗਲੀ ਗੱਲ ਕਰੂੰਗੀ ਨਾ, ਇਹਨੂੰ ਗਲਤੀ ਨਾਲ ਵੀ ਜਿਹੜੀ ਮੈਂ ਪਹਿਲੀ ਗੱਲ ਕਰ ਲਈ ਕੋਡ ਆਫ ਕੰਡਕਟ ਦੀ, ਉਹਦੇ ਨਾਲ ਰਲਾ ਕੇ ਨਾ ਦੇਖਿਓ। ਇਹ ਥੋੜ੍ਹੀ ਜਿਹੀ ਹਟ ਕੇ ਗੱਲ ਆ। ਗੱਲ ਕੀ ਆ, ਜਿਹੜੇ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਸਾਨੂੰ ਨਹੁੰ ਕਿਉਂ ਕੱਟਣੇ ਪੈਂਦੇ ਆ, ਹੈ ਨਾ, ਔਰ ਬਾਲ ਕਿਉਂ ਨਹੀਂ ਕੱਟਦੇ ਹੋ ਗਿਆ। ਦੇਖੋ ਜਿਹੜੇ ਡੈੱਡ ਬਾਲ ਆ, ਹੈ ਨਾ, ਜਦੋਂ ਆਪਾਂ ਕੰਘਾ ਕਰਦੇ ਹਾਂ, ਜਦੋਂ ਆਪਾਂ ਆਪਣੇ ਬਾਲ ਵਾਹੁੰਦੇ ਹਾਂ, ਅਤੇ ਜਿਹੜੇ ਡੈੱਡ ਬਾਲ ਆ ਉਹ ਆਪਣੇ ਆਪ ਗਿਰ ਜਾਂਦੇ ਆ। ਨਾਖੂਨ ਤੁਹਾਡੇ ਲੰਬੇ ਹੁੰਦੇ ਜਾਂਦੇ ਆ, ਪਰ ਉਹ ਇੱਕਦਮ ਡਿੱਗਦੇ ਨਹੀਂ। ਡਿੱਗਦੇ ਕਦੋਂ ਆ? ਜਦੋਂ ਕਿਸੇ ਚੀਜ਼ ਨਾਲ ਅੜ ਜਾਂਦੇ ਆ, ਉਦੋਂ ਟੁੱਟ ਜਾਂਦੇ ਆ। ਫਿਰ ਤੁਹਾਡੇ ਜਿੱਥੋਂ ਮਰਜ਼ੀ ਉਹ ਟੁੱਟਣ 'ਤੇ ਉੱਥੋਂ ਦਰਦ ਦਿੰਦੇ ਆ, ਹੈ ਨਾ। ਹੁਣ ਇਹਦਾ ਕਾਰਨ ਕੀ ਆ? ਇਹਦਾ ਕਾਰਨ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਬਾਲ ਵਾਹੁੰਦੇ ਹੋਏ ਜਿਹੜੇ ਡੈੱਡ ਬਾਲ ਆ ਉਹ ਡਿੱਗ ਜਾਂਦੇ ਆ। ਨਾਖੂਨ ਡੈੱਡ ਹੋ ਕੇ ਬੇਸ਼ੱਕ ਵੱਧਦੇ ਰਹਿੰਦੇ ਆ। ਹੁਣ ਕੋਈ ਅਗਲਾ ਸਵਾਲ ਤੁਹਾਨੂੰ ਇਹ ਕਰ ਸਕਦਾ ਕਿ ਜਿਹੜੇ ਨਾਖੂਨ ਆ ਉਹ ਵੀ ਜਦੋਂ ਡੈੱਡ ਹੋਣਗੇ ਆਪਣੇ ਆਪ ਟੁੱਟ ਜਾਣਗੇ? ਨਹੀਂ। ਜਾਂ ਬਾਲ ਜਿਹੜੇ ਆ ਉਹ ਵੀ ਡੈੱਡ ਹੁੰਦੇ ਆ। ਬਹੁਤੇ ਲੋਕ ਇਹ ਕਹਿੰਦੇ ਬਾਲ ਵੀ ਡੈੱਡ ਹੁੰਦੇ ਆ ਜੀ, ਉਹਨਾਂ ਨੂੰ ਵੀ ਕੱਟੋ ਪਤਾ ਨਹੀਂ ਲੱਗਦਾ। ਬਾਲ ਜਿਹੜੇ ਆ ਜਦੋਂ ਤੁਹਾਡੇ ਵੱਧ ਰਹੇ ਆ ਨਾ, ਜੇ ਤੁਹਾਨੂੰ ਉਹ ਲੱਗਦਾ ਹੈ ਡੈੱਡ, ਤਾਂ ਉਹਨਾਂ ਦਾ ਰੰਗ ਬਦਲਣਾ ਚਾਹੀਦਾ ਸੀਗਾ। ਤੁਹਾਡੀ ਬਾਡੀ ਦੇ ਵਿੱਚ ਜਿਹੜੀ ਵੀ ਚੀਜ਼ ਡੈੱਡ ਹੋ ਜੂਗੀ ਨਾ, ਉਹਦਾ ਰੰਗ ਬਦਲ ਜੂਗਾ। ਤੁਹਾਡੀ ਡੈੱਡ ਸਕਿਨ ਹੋਊਗੀ, ਰੰਗ ਬਦਲ ਜੂਗਾ। ਤੁਹਾਡੀ ਅਗਰ ਜਿੱਦਾਂ ਆਪਣੇ ਹੱਥਾਂ ਦੇ ਵਿੱਚ ਵੀ ਕਈਆਂ ਦੇ ਰੱਟਣ ਜਿਹੇ ਪੈ ਜਾਂਦੇ ਆ, ਹੈ ਨਾ, ਤਾਂ ਉਹਨਾਂ ਦਾ ਵੀ ਰੰਗ ਬਦਲ ਜਾਊਗਾ। ਤੁਹਾਡੇ ਜਦੋਂ ਨਾਖੂਨ ਹੈ ਉਹ ਜਦੋਂ ਵੱਡੇ ਹੁੰਦੇ ਆ ਨਾ, ਤਾਂ ਉਹਨਾਂ ਦਾ ਅੱਗੋਂ ਰੰਗ ਬਦਲ ਜਾਂਦਾ। ਤੁਹਾਡੇ ਪੂਰਾ ਨਾਖੂਨ ਅਤੇ ਜਿਹੜਾ ਅੱਗੋਂ ਵਧਿਆ ਹੋਇਆ ਹੁੰਦਾ ਉਸ ਦਾ ਰੰਗ ਡਿਫਰੈਂਟ ਹੁੰਦਾ, ਉਹ ਵਾਈਟ ਹੋ ਜਾਂਦਾ। ਬੇਸਿਕਲੀ ਉਹ ਡੈੱਡ ਹੈ। ਤੁਹਾਡੇ ਵਾਲਾਂ ਦਾ ਰੰਗ ਨਹੀਂ ਬਦਲਦਾ, ਦੈਟ ਮੀਨਸ ਕਿ ਉਹ ਡੈੱਡ ਨਹੀਂ ਹੁੰਦੇ। ਹਾਂ, ਕਿਉਂਕਿ ਉਹ ਪ੍ਰੋਟੀਨ ਦੇ ਸਟ੍ਰੈਂਡਸ ਆ, ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ, ਮਾਸ ਨਹੀਂ ਹੈਗਾ ਉਹਦੇ ਵਿੱਚ, ਹੈ ਨਾ। ਅਤੇ ਇਸ ਕਰਕੇ ਤੁਹਾਨੂੰ ਕਟਿੰਗ ਦਾ ਤੁਹਾਨੂੰ ਦਰਦ ਨਹੀਂ ਹੁੰਦੀ। ਦਰਦ ਹੁੰਦੀ ਫਿਰ ਤੁਸੀਂ ਕੱਟਣੇ ਵੀ ਨਹੀਂ ਸੀਗੇ। ਪਰ ਇਹ ਗੱਲ ਜਿਹੜੀ ਆ ਉਹ ਸਮਝਣ ਵਾਲੀ ਆ, ਹੈ ਨਾ। ਉਸ ਤੋਂ ਜਿਹੜੀ ਅਗਲੀ ਗੱਲ ਹੈ ਉਹ ਆ ਕਿ ਜਿਹੜਾ ਵਾਲਾਂ ਦਾ ਕੱਟਣਾ, ਹੈ ਨਾ, ਜਾਂ ਨਾ ਕੱਟਣਾ, ਉਹ ਹੁਕਮ ਦੇ ਉੱਪਰ ਡਿਪੈਂਡ ਕਰਦਾ। ਸਾਨੂੰ ਹੁਕਮ ਨਹੀਂ ਹੈ ਵਾਲ ਕੱਟਣ ਦਾ। ਜਿਹੜਾ ਨਾਖੂਨਾਂ ਦਾ ਕੱਟਣਾ ਹੈ ਨਾ, ਉਹ ਬੇਸਿਕਲੀ ਐਵੋਲਿਊਸ਼ਨ ਦੀ ਜ਼ਰੂਰਤ ਹੈ। ਇਸ ਗੱਲ ਨੂੰ ਸਮਝਿਓ ਜੇ। ਤੁਸੀਂ ਨਾਖੂਨ ਇਸ ਕਰਕੇ ਕੱਟਦੇ ਹੋ ਕਿਉਂਕਿ ਤੁਸੀਂ ਹੁਣ ਐਜ਼ ਅ ਇਵੋਲਵਡ ਹਿਊਮਨ ਬੀਇੰਗ ਸ਼ਹਿਰਾਂ 'ਚ ਰਹਿ ਰਹੇ ਹੋ। ਜੇ ਆਪਾਂ ਜੰਗਲਾਂ 'ਚ ਰਹਿ ਰਹੇ ਹੁੰਦੇ ਬਾਕੀ ਮੈਮਲਸ ਦੇ ਵਾਂਗੂ, ਹੈ ਨਾ, ਫਿਰ ਸਾਨੂੰ ਵੀ ਲੋੜ ਨਹੀਂ ਸੀ ਪੈਣੀ। ਹੁਣ ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਲਿਓ ਜੇ। ਜਿੰਨੇ ਵੀ ਕੈਟਸ ਜਾਂ ਡੋਗਸ ਜਾਂ ਜਿਹੜੇ ਵੀ ਮੈਮਲਸ ਜਿਹੜੇ ਆਪਣੇ ਰਹਿੰਦੇ ਨੇ ਉੱਥੇ ਜੰਗਲਾਂ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਉੱਥੇ ਉਹੋ ਜਿਹੇ ਕੰਮ ਕਰਦੇ ਉਹਨਾਂ ਦੇ ਆਪਣੇ ਜਿਹੜੇ ਨਾਖੂਨ ਆ ਉਹ ਘਿਸਦੇ ਰਹਿੰਦੇ ਆ। ਔਨ ਦਾ ਕੰਟਰਰੀ, ਜਿਹੜੇ ਤੁਸੀਂ ਆਪਣੇ ਘਰ ਪੈਟਸ ਰੱਖਦੇ ਹੋ, ਚਾਹੇ ਉਹ ਤੁਸੀਂ ਬਿੱਲੀ ਰੱਖ ਲਓ, ਚਾਹੇ ਉਹ ਕੁੱਤਾ ਰੱਖ ਲਓ, ਤੁਹਾਨੂੰ ਇੰਨਾ ਕੁ ਤੁਹਾਡੀ ਇਹ ਪਤਾ ਵੀ ਹੋਊਗਾ ਜਿਹੜੇ ਰੱਖਦੇ ਆ, ਤੁਹਾਨੂੰ ਬਿੱਲੀਆਂ ਵਾਸਤੇ ਖਾਸ ਤੌਰ 'ਤੇ ਜਿਹੜਾ ਉਹ ਸਕ੍ਰੈਚ ਪੋਸਟ ਹੁੰਦਾ ਨਾ, ਉਹ ਲੈਣਾ ਪੈਂਦਾ। ਜੇ ਨਹੀਂ ਤਾਂ ਤੁਹਾਡੇ ਫਰਨੀਚਰ ਨੂੰ ਸਕ੍ਰੈਚ ਕਰਕੇ ਕਿਉਂਕਿ ਜਿਹੜੇ ਉਹਨਾਂ ਦੇ ਨਾਖੂਨ ਹੈ ਉਹ ਅੱਗੋਂ ਉਹ ਲੰਬੇ ਹੁੰਦੇ ਜਾਂਦੇ ਆ, ਡੈੱਡ ਹੁੰਦੇ ਜਾਂਦੇ ਆ। ਉਹ ਉਹਨਾਂ ਦੀ ਇੱਕ ਤਾਂ ਤੁਰਨ ਦੇ ਵਿੱਚ ਵੀ ਪ੍ਰੋਬਲਮ ਦਿੰਦੇ ਆ। ਦੂਸਰੀ ਗੱਲ, ਜਿਹੜਾ ਉਹਨਾਂ ਨੇ ਆਪਣੇ ਕੰਮ ਜਿਹੜੇ ਵੀ ਕਰਨੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਪ੍ਰੋਬਲਮ ਦਿੰਦੇ ਆ। ਤੀਸਰੀ ਗੱਲ, ਉਹ ਡੈੱਡ ਆ। ਹੁਣ ਉਹਨਾਂ ਤੋਂ ਨਿਜਾਤ ਪਾਉਣ ਦਾ ਕੋਈ ਰਾਹ ਹੈ ਨਹੀਂ। ਇਨਸਾਨ ਜਿੱਥੋਂ ਤੁਰਿਆ ਔਰ ਜਿੱਥੋਂ ਤੱਕ ਪਹੁੰਚਿਆ, ਇਨਸਾਨ ਨੇ ਵੀ ਆਪਣੇ ਹੱਥਾਂ ਨੂੰ ਬਹੁਤ ਸੋਹਲ ਬਣਾ ਲਿਆ, ਕਿਉਂਕਿ ਇੱਕ ਤਾਂ ਆਪਾਂ ਹੱਥਾਂ ਦੇ ਨਾਲ ਤੁਰਦੇ ਨਹੀਂ। ਦੂਸਰੀ ਗੱਲ, ਆਪਾਂ ਆਪਣੇ ਹੱਥਾਂ ਦਾ ਬਹੁਤ ਜਿਹੜਾ ਧਿਆਨ ਰੱਖਦੇ ਹਾਂ। ਸਾਡੇ ਬੜੇ ਛੋਟੇ ਕੰਮ ਹੋ ਗਏ। ਹੁਣ ਤੁਸੀਂ ਇਹ ਸੋਚੋ, ਤੁਹਾਡੇ ਨਾਖੂਨ ਵੱਧਦੇ ਜਾਣ ਅਤੇ ਇੰਨੇ ਹੋ ਜਾਣ ਤਾਂ ਤੁਸੀਂ ਆਪਣਾ ਪੈਨ ਕਿੱਦਾਂ ਫੜੋਗੇ? ਓਬਵੀਅਸਲੀ ਤੁਹਾਨੂੰ ਕੱਟਣੇ ਪੈਣਗੇ। ਸੋ ਜਿਹੜਾ ਨਾਖੂਨ ਕੱਟਣਾ ਹੈ ਨਾ, ਉਹ ਐਵੋਲਿਊਸ਼ਨ ਦੀ ਜ਼ਰੂਰਤ ਹੈ। ਜਿਹੜੇ ਬਾਲਾਂ ਦੀ ਗੱਲ ਆ, ਬਾਲ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਅੜਚਨ ਪੈਦਾ ਹੀ ਨਹੀਂ ਕਰਦੇ। ਤੁਹਾਡੇ ਬਾਲ ਚਾਹੇ ਜਿੰਨੇ ਮਰਜ਼ੀ ਲੰਬੇ ਹੋਣ, ਕਦੀ ਨਹੀਂ ਹੋਊਗਾ ਕਿ ਤੁਸੀਂ ਪੈਨ ਨਹੀਂ ਫੜ ਸਕਦੇ ਜਾਂ ਤੁਸੀਂ ਤੁਰ ਨਹੀਂ ਸਕਦੇ। ਤੁਸੀਂ ਜਿੰਨੇ ਮਰਜ਼ੀ ਲੰਬੇ ਵਾਲ ਆ ਤੁਸੀਂ ਬੰਨ੍ਹ ਸਕਦੇ ਆ, ਔਰ ਗੁਰੂ ਪਾਤਸ਼ਾਹ ਨੇ ਦਸਤਾਰ ਦਿੱਤੀ ਹੈ ਉਹਨਾਂ ਨੂੰ ਸੰਭਾਲ ਕੇ ਰੱਖਣ ਲਈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਬਾਲ ਅਤੇ ਨਾਖੂਨ ਹੈ ਨਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਆ। ਤੁਸੀਂ
ਕਿਸੇ ਨੂੰ ਐਪਲ ਤੋਂ ਐਲਰਜੀ ਹੈ, ਤੁਸੀਂ ਕਹੋ ਕਿ ਤੂੰ ਐਪਲ ਤਾਂ ਨਹੀਂ ਖਾਂਦਾ ਕਿਉਂਕਿ ਤੈਨੂੰ ਐਪਲ ਤੋਂ ਐਲਰਜੀ ਹੈ ਤੇ ਪਰ ਤੂੰ ਔਰੇਂਜ ਖਾ ਰਿਹਾ ਹੈ। ਇਹ ਸਵਾਲ ਬਣਦੇ ਨਹੀਂ। ਔਰ ਮੈਂ ਸਮਝਦੀ ਹਾਂ ਰਣਦੀਪ ਕੌਰ ਹੋਣਾ ਨੂੰ, ਮੈਨੂੰ ਲੱਗਦਾ ਕਿ ਉਹਨਾਂ ਦੇ ਜਵਾਬ ਮਿਲ ਗਿਆ ਹੋਊਗਾ। ਪਰ ਅਗਰ ਨਹੀਂ ਮਿਲਿਆ, ਅਗਰ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਕਮੀ ਰਹਿ ਗਈ ਹੈ, ਯੂ ਆਰ ਮੋਸਟ ਵੈਲਕਮ, ਮੈਨੂੰ ਦੁਬਾਰਾ ਲਿਖੋ। ਮੈਂ ਦੁਬਾਰਾ ਇਹਨੂੰ ਹੋਰ ਰਿਵਾਈਜ਼ ਕਰਕੇ ਇਹਦਾ ਜਵਾਬ ਆਪਾਂ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਪਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਅੱਗੇ ਜਿਹੜਾ ਵੀ ਤੁਹਾਨੂੰ ਇਹ ਸਵਾਲ ਕਰੇ, ਤੁਹਾਡੇ ਕੋਲ ਆਈ ਥਿੰਕ ਇਨਫ ਮਟੀਰੀਅਲ ਹੈ। ਪਹਿਲੀ ਗੱਲ, ਤੁਸੀਂ ਉਹਨਾਂ ਨੂੰ ਕਹੋ ਕਿ ਸਾਡਾ ਹੁਕਮ ਹੈ। ਦੂਸਰੀ ਗੱਲ, ਤੁਸੀਂ ਉਹਨਾਂ ਨੂੰ ਇਹ ਕਹੋ ਕਿ ਜਿਹੜੇ ਨਾਖੂਨ ਕੱਟਣਾ ਹੈ ਇਹ ਐਵੋਲਿਊਸ਼ਨ ਦੀ ਗੱਲ ਹੈ, ਇਹ ਤੁਹਾਡੀ ਜ਼ਰੂਰਤ ਹੈ ਕਿਉਂਕਿ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਦਾ ਬਣਾ ਲਿਆ। ਨਾਖੂਨ ਵਧਣੇ ਹੀ ਵਧਣੇ ਆ, ਪਰ ਉਹ ਵੱਧਦੇ ਜਾਣਗੇ, ਅਗਰ ਡਿੱਗਣਗੇ ਨਹੀਂ ਜਾਂ ਤਾਂ ਟੁੱਟਣਗੇ ਕਿਸੇ ਚੀਜ਼ 'ਚ ਅੜ ਕੇ, ਫਿਰ ਪੇਨ ਹੋਊਗੀ, ਫਿਰ ਤੁਸੀਂ ਕੰਮ ਨਹੀਂ ਕਰ ਪਾਓਗੇ। ਜੇ ਤੁਸੀਂ ਉਹਨਾਂ ਨੂੰ ਕੱਟਦੇ ਹੀ ਨਹੀਂ ਹੋ, ਫਿਰ ਤੁਸੀਂ ਕਿੱਦਾਂ ਕੰਮ ਕਰੋਗੇ? ਔਰ ਬਾਲਾਂ ਦਾ ਤੁਹਾਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਦਿੰਦੇ ਕਿਉਂਕਿ ਬਾਲ ਜਿਹੜੇ ਆ ਉਹਨਾਂ ਦਾ ਐਵੋਲਿਊਸ਼ਨ ਦੇ ਨਾਲ ਐਜ਼ ਇਟ ਇਜ਼ ਕੋਈ ਰੌਲਾ ਨਹੀਂ ਹੈ, ਹੈ ਨਾ। ਇਹ 2-3 ਗੱਲਾਂ ਤੁਸੀਂ ਕਰ ਸਕਦੇ ਹੋ। ਔਰ ਜਿਹੜੀ ਫਾਈਨਲ ਗੱਲ, ਸਾਡਾ ਕੋਡ ਆਫ ਕੰਡਕਟ ਹੈ। ਅਗਲਾ ਜਿਹੜਾ ਸਵਾਲ ਹੈ ਉਹ ਕਸ਼ਮੀਰ ਜਾਂਗਰਾ ਜੀ ਹੋਣਾ ਨੇ ਲਿਖਿਆ। ਉਹਨਾਂ ਨੇ ਦੀਵਾਲੀ ਦੀ ਗੱਲ ਕੀਤੀ ਆ। ਉਹਨਾਂ ਨੇ ਮੈਨੂੰ ਇੱਕ ਲਿੰਕ ਭੇਜਿਆ ਜਿਹਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਹੈ ਉਹ ਆਪਣਾ ਦੀਵਾਲੀ ਦਾ ਸੰਦੇਸ਼ ਦੇ ਰਹੇ ਸੀ। ਔਰ ਉਹ ਕਹਿ ਰਹੇ ਸੀਗੇ ਕਿ ਦੀਵਾਲੀ ਦਾ ਬੰਦੀ ਛੋੜ ਨੂੰ ਦੀਵਾਲੀ ਨਾਲ ਰਲਾ ਕੇ ਦੇਖ ਲੈਣਾ ਇਹ ਉਹ ਸਹੀ ਨਹੀਂ ਆ। ਉਹਨਾਂ ਨੇ ਕੁਝ ਕੁ ਫੈਕਟ ਦੱਸੇ, ਕੁਝ ਕੁ ਆਪਣੇ ਮਨ ਦੀਆਂ ਗੱਲਾਂ ਕੀਤੀਆਂ। ਬਹੁਤੀਆਂ ਗੱਲਾਂ ਨਾਲ ਮੈਂ ਸਹਿਮਤ ਸੀਗੀ ਕਿਉਂਕਿ ਉਹ ਸਹੀ ਕਹਿ ਰਹੇ ਸੀਗੇ ਉਸ ਟਾਈਮ ਦੇ ਉੱਤੇ। ਉਹ ਬਿਲਕੁਲ ਠੀਕ ਕਹਿ ਰਹੇ ਸੀ ਕਿ ਦੀਵਾਲੀ ਦਾ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਸਿਰਫ ਇੰਨਾ ਕੀ ਸੰਬੰਧ ਹੈ ਕਿ ਆਪਾਂ ਇੱਕੋ ਨੇਬਰਹੁੱਡ 'ਚ ਰਹਿੰਦੇ ਹਾਂ। ਮੇਰੇ ਨਾਲ ਦੇ ਘਰ ਵਾਲਾ ਅਗਰ ਦੀਵਾਲੀ ਮਨਾ ਰਿਹਾ ਅਤੇ ਮੈਨੂੰ ਆਪਣੀ ਮਿਠਾਈ ਦੇ ਕੇ ਜਾਂਦਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਮੈਨੂੰ ਉਹਨੂੰ ਕਹਿਣਾ ਚਾਹੀਦਾ ਕਿ ਦੀਵਾਲੀ ਮੁਬਾਰਕ ਕਿਉਂ ਨਾ ਕਹੀਏ, ਕਿਉਂਕਿ ਉਹ ਸਾਡੇ ਆਪਣੇ ਆ, ਹੈ ਨਾ। ਅਤੇ ਇਸ ਕਰਕੇ ਉਹਨਾਂ ਨੂੰ ਦੀਵਾਲੀ ਮੁਬਾਰਕ ਕਹਿ ਸਕਦੇ ਹਾਂ। ਪਰ ਇਹਨੂੰ ਬੰਦੀ ਛੋੜ ਦੇ ਨਾਲ ਰਲਾ ਦੇਣਾ, ਇਹ ਤਾਂ ਥੋੜ੍ਹੀ ਜਿਹੀ ਭਾਈ ਸਾਹਿਬ ਹੁਣਾਂ ਨੇ ਕਿਹਾ ਕਿ ਉਹ ਸਹੀ ਨਹੀਂ ਹੈ। ਅਤੇ ਬਾਕੀ ਵੀ ਹੋਰ ਉਹਨਾਂ ਦੀ ਜਿਹੜੀਆਂ ਗੱਲਾਂ ਸੀ। ਖੈਰ, ਪਰ ਜਿਹੜਾ ਸਵਾਲ ਮੈਨੂੰ ਪੁੱਛਿਆ ਗਿਆ ਕਸ਼ਮੀਰ ਜਾਂਗਰਾ ਜੀ ਹੁਣਾਂ ਵੱਲੋਂ ਉਹ ਇਹ ਸੀਗਾ ਕਿ ਇਹਨਾਂ ਵਿੱਚ ਜਿਹੜੇ ਉਹ ਫੈਕਟ ਦੱਸ ਰਹੇ ਨੇ ਉਹ ਫੈਕਟ ਕਿੰਨੇ ਕੁ ਸਹੀ ਹੈ। ਤੋ ਕਿਉਂਕਿ ਸਵਾਲ ਫੈਕਟ ਦੇ ਨਾਲ ਰਿਲੇਟਡ ਹੈ ਤਾਂ ਮੈਂ ਫੈਕਟ ਦੀ ਹੀ ਗੱਲ ਕਰੂੰਗੀ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਕਸ਼ਮੀਰ ਜਾਂਗਰਾ ਜੀ ਕਿ ਜਿਹੜੇ ਫੈਕਟ ਹੈ ਨਾ ਦੀਵਾਲੀ ਅਤੇ ਬੰਦੀ ਛੋੜ ਦੇ, ਉਹ ਸਾਨੂੰ ਬਹੁਤ ਸਾਰੇ ਸੋਰਸਿਸ ਵਿੱਚ ਬੜੇ ਅਲੱਗ-ਅਲੱਗ ਮਿਲਦੇ ਆ। ਸੋ ਸਾਡੇ ਕੋਲ ਕਿਤੇ ਵੀ ਪ੍ਰੋਪਰ ਐਪਰੋਪਰੀਏਟ ਡੇਟਸ ਨਹੀਂ ਹੈਗੀਆਂ ਜਿਹਦੇ ਉੱਤੇ ਆਪਾਂ ਕਹਿ ਸਕੀਏ ਠੋਕ ਕੇ ਕਿ ਆਹ ਗੱਲ ਸੱਚ ਹੈ ਅਤੇ ਇਹ ਗੱਲ ਝੂਠ ਹੈ ਨਾ। ਪਰ ਜੇ ਆਪਾਂ ਸਭ ਤੋਂ ਪੁਰਾਣੇ ਸਰੋਤਾਂ ਦੀ ਗੱਲ ਕਰੀਏ ਤਾਂ ਉਹ ਭੱਟਵਈਆਂ ਨੇ। ਹੁਣ ਭੱਟਵਈਆਂ ਜੋ ਕਿ ਇੱਕ ਪਿਆਰਾ ਸਿੰਘ ਪਦਮ ਹੋਣਾ ਨੇ ਸੰਪਾਦਿਤ ਕੀਤੀ ਸੀ, ਗੁਰੂ ਕੀਆਂ ਸਾਖੀਆਂ ਬਾਏ ਭਾਈ ਸਰੂਪ ਸਿੰਘ ਕੋਸ਼ਿਸ਼ ਦੀ, ਉਸ ਅਨੁਸਾਰ ਇੰਗਲਿਸ਼ ਦੇ ਕੈਲੰਡਰ ਦੇ ਹਿਸਾਬ ਨਾਲ 26 ਅਕਤੂਬਰ 1619 ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦੀ ਰਿਹਾਈ ਦਾ ਟਾਈਮ ਬਣਦਾ। ਔਰ ਜਿਹੜੇ ਹਿੰਦੂ ਗ੍ਰੰਥ ਨੇ ਉਹਨਾਂ ਦੇ ਹਿਸਾਬ ਨਾਲ 26 ਅਕਤੂਬਰ 1619 ਜਿਹੜਾ ਅਗਰ ਆਪਾਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰ ਲਈਏ ਤਾਂ ਉਹੀ ਡੇਟ ਉਹਨਾਂ ਦੀ ਬਣਦੀ ਹੈ ਅੱਗੇ ਵਾਸਤੇ ਦੀਵਾਲੀ ਦੀ। ਸੋ ਇਸ ਭੱਟਵਹੀ ਤੋਂ ਲੱਗਦਾ ਹੈ ਕਿ ਉਹ ਡੇਟ ਸਹੀ ਹੋਊਗੀ। ਪਰ ਇਹਨਾਂ ਡੇਟਸ ਦੇ ਉੱਪਰ ਅੱਗੇ ਬਹੁਤ ਵਧੀਆ ਬੜਾ ਵਧੀਆ ਐਨਾਲਿਸਿਸ ਕੀਤਾ ਆ। ਇੱਕ ਪੇਪਰ ਹੈਗਾ, ਪੇਪਰ ਉਹਨਾਂ ਨੇ ਲਿਖਿਆ ਆ, ਉਹ ਕੋਈ ਬਠਿੰਡਾ ਤੋਂ ਨੇ। ਉਹਨਾਂ ਦਾ ਪੇਪਰ ਕਸ਼ਮੀਰ ਸਿੰਘ ਬਠਿੰਡਾ ਤੋਂ ਜਾਂ ਸਵਰਨ ਸਿੰਘ ਬਠਿੰਡਾ ਤੋਂ ਨੇ। ਉਹਨਾਂ ਨੇ ਪੇਪਰ ਲਿਖਿਆ ਹੋਇਆ ਔਰ ਉਸ ਪੇਪਰ ਦੇ ਵਿੱਚ ਉਹਨਾਂ ਨੇ ਬੜੀ ਵਧੀਆ ਇਹ ਗੱਲ ਇਹਦਾ ਐਨਾਲਿਸਿਸ ਕੀਤਾ। ਜਿੰਨੇ ਵੀ ਸਰੋਤ ਨੇ ਸਾਰੇ ਸਰੋਤਾਂ ਦਾ ਐਨਾਲਿਸਿਸ ਉਹਨਾਂ ਨੇ ਕਰਕੇ ਅਤੇ ਇਸ ਗੱਲ 'ਤੇ ਆਏ ਨੇ ਕਿ ਸਾਨੂੰ ਜੋ ਉਹਨਾਂ ਨੇ ਵਿੱਚੋਂ ਪ੍ਰਮਾਣ ਇਹ ਕੱਢਿਆ ਕਿ ਬੇਸਿਕਲੀ ਜਿਹੜਾ ਬੰਦੀ ਛੋੜ ਦਿਵਸ ਹੈ ਉਹ ਦੀਵਾਲੀ ਵਾਲੇ ਦਿਨ ਨਹੀਂ ਆਉਂਦਾ। ਇਹ ਉਹਨਾਂ ਨੇ ਪ੍ਰਮਾਣ ਕੱਢੇ ਆ। ਹੁਣ ਹਾਂਜੀ, ਕਿਰਪਾਲ ਸਿੰਘ ਹੁਣਾਂ ਦਾ ਬੰਦੀ ਛੋੜ ਦਿਵਸ ਦੀ ਤਵਾਰੀਖ ਹੈ ਨਾ, ਕਿਹੜੀ ਤਵਾਰੀਖ, ਬੰਦੀ ਛੋੜ ਦਿਵਸ ਦੀ ਕਿਹੜੀ ਤਵਾਰੀਖ, ਇਹ ਬਾਈ ਕਿਰਪਾਲ ਸਿੰਘ ਹੁਣਾਂ ਦਾ ਇਹ ਇੱਕ ਆਰਟੀਕਲ ਹੈਗਾ। ਮੈਂ ਅਗਰ ਤੁਹਾਨੂੰ ਚਾਹੀਦਾ ਹੋਊਗਾ ਜਾਂ ਕਿਸੇ ਨੂੰ ਵੀ ਚਾਹੀਦਾ ਹੋਊਗਾ ਤਾਂ ਮੈਨੂੰ ਤੁਸੀਂ ਈਮੇਲ ਕਰ ਦਿਓ, ਮੈਂ ਇਹਦਾ ਲਿੰਕ ਤੁਹਾਨੂੰ ਵੀ ਭੇਜ ਦੂੰਗੀ। ਪਰ ਇਸੇ ਆਰਟੀਕਲ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਡਿਸਕ੍ਰਿਪੈਂਸੀਜ਼ ਬਾਰੇ ਗੱਲ ਕੀਤੀ ਆ, ਬਹੁਤ ਸਾਰੀਆਂ ਡਿਸਕ੍ਰਿਪੈਂਸੀਜ਼ ਕਿ ਕਿਸ ਤਰੀਕੇ ਨਾਲ ਸਾਡੇ ਬਹੁਤ ਸਾਰੇ ਜਿਹੜੇ ਸਰੋਤ ਨੇ, ਬਹੁਤ ਸਾਰੇ ਜਿਹੜੇ ਸੋਰਸਿਸ ਨੇ, ਉਹਨਾਂ ਦੇ ਵਿੱਚੋਂ ਸੋਹਣ ਸਿੰਘ ਸੀਤਲ ਹੁਣਾਂ ਦਾ ਵੀ ਸੋਰਸ ਦਾ ਜ਼ਿਕਰ ਉਹ ਕਰਦੇ ਨੇ ਕਿ ਉਹਦੇ ਵਿੱਚ ਸਿਰਫ ਇੱਕ ਸਨ ਦਾ ਨਾਮ ਦਿੱਤਾ ਹੋਇਆ, ਮਤਲਬ ਇੱਕ ਈਅਰ ਦਾ ਨਾਮ ਦਿੱਤਾ ਹੋਇਆ, ਡੇਟ ਕਿਸੇ ਨੇ ਨਹੀਂ ਦਿੱਤੀ। ਅਤੇ ਜਦੋਂ ਤੁਸੀਂ ਡੇਟ ਨਹੀਂ ਦਿੰਦੇ ਨਾ ਤਾਂ ਫਿਰ ਕਨਫਿਊਜ਼ਨ ਹੈ, ਬਿਕਾਜ਼ ਕਨਫਿਊਜ਼ਨ ਤਾਂ ਸਾਰੀ ਡੇਟ ਦੀ ਹੋਈ ਹੈ, ਤਰੀਕ ਦੀ ਤਾਂ ਕੋਈ ਕਨਫਿਊਜ਼ਨ ਹੈ ਨਹੀਂ। ਭੱਟਵਈਆਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਆ, ਪਰ ਉਹ ਕਹਿੰਦੇ 2 ਹੀ ਭੱਟਵਈਆਂ, ਉਹਦੇ ਉੱਤੇ ਵੀ ਉਹਨਾਂ ਨੇ ਆਪਣਾ ਇੱਕ ਡਾਇਲੋਗ ਦਿੱਤਾ ਹੋਇਆ। ਤਾਂ ਇਸ ਕਰਕੇ
ਆਪਾਂ ਇਸ ਗੱਲ ਨੂੰ ਇੱਥੇ ਕਿ ਜੇ ਮੁਕਾਈਏ ਕਿ ਜਿਹੜੀ ਬੰਦੀ ਛੋੜ ਦਿਵਸ ਦਾ ਜਿਹੜਾ ਸਮਾਂ ਹੈ ਉਹ ਦੀਵਾਲੀ ਵਾਲੇ ਦਿਨ ਦਾ ਇਹਨਾਂ ਦੇ ਪੇਪਰ ਦੇ ਅਕੋਰਡਿੰਗ ਨਹੀਂ ਬਣਦਾ, ਪਰ ਜਿਹੜੀਆਂ ਉਹ ਭੱਟਵਈਆਂ ਉਹਦੇ ਅਕੋਰਡਿੰਗ ਇਹ ਬਣਦਾ ਵੀ ਹੈ। ਸੋ ਇਹ ਇੱਕ ਕਨਫਿਊਜ਼ਨ ਆ ਸਾਡੇ ਕੋਲ। ਇਹ ਬੜੀ ਵੱਡੀ ਇੱਕ ਟ੍ਰੈਜਡੀ ਆ ਕਿ ਸਾਡੇ ਪੁਰਾਣੇ ਸਰੋਤ ਸੰਭਾਲ ਕੇ ਨਹੀਂ ਰੱਖੇ ਗਏ। ਜਿਹੜੀਆਂ ਭੱਟਵਈਆਂ ਵੀ ਹੈ ਉਹ ਓਰੀਜਨਲ ਫਾਰਮ ਦੇ ਵਿੱਚ ਸਾਡੇ ਕੋਲ ਅਵੇਲੇਬਲ ਨਹੀਂ ਹੈਗੀਆਂ। ਸੋ ਉਹਨਾਂ ਵਿੱਚ ਕਿੱਥੇ ਕੀ ਰਲਾ ਆ ਸਾਨੂੰ ਉਹ ਕਿਹਾ ਨਹੀਂ ਜਾ ਸਕਦਾ। ਆਪਾਂ ਇਸ ਵੱਲ ਆਈਏ ਕਿ ਅਸੀਂ ਦੇਖਣਾ ਕੀ ਆ ਫਿਰ, ਜੇ ਸਾਨੂੰ ਪਤਾ ਹੀ ਨਹੀਂ ਆ ਜਾਂ ਇਹਦੇ ਬਾਰੇ ਸਾਡੇ ਕੋਲ ਕੋਈ ਪੁਖਤਾ ਸਬੂਤ ਹੀ ਨਹੀਂ ਹੈਗੇ ਤਾਂ ਫਿਰ ਅਸੀਂ ਕੀ ਦੇਖੀਏ। ਮੈਂ ਇਸ ਬਾਰੇ ਗੱਲ ਕੀਤੀ ਸੀਗੀ ਸਰਦਾਰ ਮਹਿੰਦਰ ਸਿੰਘ ਖਹਿਰਾ ਹੋਣਾ ਨਾਲ, ਕਿਉਂਕਿ ਉਹਨਾਂ ਨਾਲੋਂ ਬੈਟਰ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਹੈ ਉਹ ਹਿਸਟਰੀ ਨੂੰ ਨਹੀਂ ਸਮਝ ਸਕਦਾ, ਅਤੇ ਇਸ ਕਰਕੇ ਉਹਨਾਂ ਨੇ ਮੈਨੂੰ ਸਾਰੇ ਹਵਾਲੇ ਦਿੱਤੇ। ਇਹ ਜਿਹੜਾ ਆਰਟੀਕਲ ਦੀ ਗੱਲ ਕਰ ਰਹੀ ਹਾਂ ਇਹ ਵੀ ਉਹਨਾਂ ਨੇ ਮੈਨੂੰ ਭੇਜਿਆ, ਉਹਦੇ ਤੋਂ ਹੀ ਮੈਂ ਪੜ੍ਹਿਆ। ਜਿਹੜਾ ਇਹ ਸਾਰਾ ਕੁਛ ਹੈਗਾ ਨਾ ਉਹ ਤੁਸੀਂ ਆਰਟੀਕਲ ਆਪ ਵੀ ਪੜ੍ਹ ਸਕਦੇ ਆ, ਪਰ ਉਹ ਮੈਨੂੰ ਕਹਿੰਦੇ ਸੀਗੇ ਕਿ ਆਪਾਂ ਨੂੰ ਇਹ ਦੇਖੀਏ ਕਿ ਦੀਵਾਲੀ ਦਾ ਮਹੱਤਵ ਸਾਡੇ ਲਈ ਹੈ ਕੀ। ਹੁਣ ਇੱਥੇ ਇੱਕ ਗੱਲ ਮੈਂ ਇਹ ਕਰਨਾ ਚਾਹੂੰਗੀ ਕਿ ਜਿਹੜਾ ਦੀਵਾਲੀ ਵਾਲਾ ਦਿਨ ਸੀਗਾ ਨਾ, ਕਿਉਂਕਿ ਦੇਖੋ ਜਿਸ ਖਿੱਤੇ 'ਚ ਆਪਾਂ ਰਹਿੰਦੇ ਸੀ ਉੱਥੇ 2 ਦਿਨ ਬਹੁਤ ਮਸ਼ਹੂਰ ਸੀਗੇ, ਇੱਕ ਦੀਵਾਲੀ ਅਤੇ ਇੱਕ ਵਿਸਾਖੀ। ਹੁਣ ਸਿੱਖ ਉਹਨਾਂ ਸਮਿਆਂ ਦੇ ਵਿੱਚ ਹੈ ਨਾ ਉਹ ਰਹਿ ਰਹੇ ਸੀਗੇ ਜੰਗਲਾਂ ਦੇ ਵਿੱਚ। ਮੈਂ ਇਹ 18ਵੀਂ ਸਦੀ ਦੀ ਗੱਲ ਕਰ ਰਹੀ ਹਾਂ, ਇਹ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦੀ ਗੱਲ ਨਹੀਂ ਕਰ ਰਹੀ। ਉਦੋਂ ਜਦੋਂ ਸਿੱਖ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਰਹਿ ਰਹੇ ਸੀ, ਔਰ ਉਹਨਾਂ ਨੂੰ ਕੋਈ ਇੱਕ ਜੰਗਲ ਦੇ ਵਿੱਚ ਆ ਕੋਈ ਕਿਤੇ ਹੋਰ ਹੈ, ਉਹਨਾਂ ਨੂੰ ਕੋਈ ਇੱਕ ਦਿਨ ਐਸਾ ਚਾਹੀਦਾ ਸੀ ਜਦੋਂ ਇਕੱਠੇ ਹੋ ਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ। ਤਾਂ ਉਹ ਜਿਹੜੇ 2 ਦਿਨ ਕੱਢੇ ਗਏ ਨਾ ਉਹ ਇੱਕ ਦੀਵਾਲੀ ਦਾ ਦਿਨ ਸੀਗਾ ਅਤੇ ਇੱਕ ਉਹਨਾਂ ਨੇ ਰੱਖਿਆ ਵਿਸਾਖੀ ਦਾ ਦਿਨ। ਦੀਵਾਲੀ ਔਰ ਵਿਸਾਖੀ ਨੂੰ ਸਿੱਖਾਂ ਦੇ ਵਿੱਚ ਇਹ ਤੈਅ ਹੋਇਆ ਕਿਉਂਕਿ ਇਹ 2 ਦਿਨ ਕਿਸੇ ਕੋਲੋਂ ਵੀ ਆਪਣੇ ਲਾਗਲੇ ਪਿੰਡਾਂ ਵਿੱਚੋਂ ਵੀ ਪਤਾ ਕੀਤਾ ਜਾ ਸਕਦਾ ਕਿ ਦੀਵਾਲੀ ਕਦੋਂ ਆ। ਸੋ ਉਹ ਇਹ ਤੈਅ ਹੋਇਆ ਕਿ ਜਦੋਂ ਵੀ ਦੀਵਾਲੀ ਔਰ ਵਿਸਾਖੀ ਹੋਊਗੀ ਤਾਂ ਸਿੱਖ ਜਿਹੜੇ ਨੇ ਉਹ ਦਰਬਾਰ ਸਾਹਿਬ ਮਿਲਣਗੇ। ਹੁਣ ਮਿਲਣਗੇ ਕਿਉਂ? ਉਹ ਕੋਈ ਸੈਲੀਬ੍ਰੇਸ਼ਨ ਕਰਨ ਨੂੰ ਜਾਂ ਇਸ ਤਰੀਕੇ ਨਾਲ ਨਹੀਂ, ਉਹਨਾਂ ਨੇ ਬਕਾਇਦਾ ਦੀਵਾਨ ਕਰਦੇ ਸੀ, ਕੀਰਤਨ ਕਰਦੇ ਸੀ ਅਤੇ ਗੁਰਮਤੇ ਕਰਦੇ ਸੀ, ਔਰ ਆਪਣਾ ਅਗਲਾ 6 ਮਹੀਨੇ ਦਾ ਜੋ ਵੀ ਉਹਨਾਂ ਦਾ ਆਪਣਾ ਪਲਾਨ ਸੀਗਾ, ਮਤਲਬ ਜਿਹਨੂੰ ਆਪਾਂ ਹਾਫ ਈਅਰਲੀ ਪਲਾਨ ਕਹਿ ਦਈਏ ਅੱਜ ਦੀ ਟਰਮਨੋਲੋਜੀ ਦੇ ਅਕੋਰਡਿੰਗ, ਉਹ 6 ਮਹੀਨਿਆਂ ਦਾ ਜਿਹੜਾ ਪਲਾਨ ਬਣਾਉਂਦੇ ਸੀਗੇ। ਫਿਰ ਉਹ ਵਿਸਾਖੀ 'ਤੇ ਦੁਬਾਰਾ ਮਿਲਦੇ ਸੀ ਹੈ ਨਾ। ਇਸ ਤਰੀਕੇ ਨਾਲ ਉਹ 2 ਦਿਨ ਉਹਨਾਂ ਨੇ ਰੱਖੇ ਹੋਏ ਸੀਗੇ ਕਿ ਜੋ ਉਹ ਕਰਨਗੇ ਉਸ ਤੋਂ ਬਾਅਦ ਹੈ ਨਾ ਉਹ ਆਪਣਾ ਪੂਰਾ ਗੁਰਮਤਾ ਹੁੰਦਾ ਸੀਗਾ। ਔਰ ਇਸ ਗੱਲ ਦਾ ਹਵਾਲਾ ਜਿਹੜਾ ਹੈ ਸਾਨੂੰ ਹੁਕਮਨਾਮਿਆਂ ਦੇ ਵਿੱਚੋਂ ਹੀ ਮਿਲ ਜਾਂਦਾ। ਮਾਤਾ ਸੁੰਦਰ ਕੌਰ ਜਿਹੜੇ ਹੈਗੇ ਆ ਉਹਨਾਂ ਦੇ ਹੁਕਮਨਾਮਿਆਂ ਦੇ ਵਿੱਚੋਂ ਵੀ ਸਾਨੂੰ ਮਿਲ ਜਾਂਦਾ ਕਿ ਵਾਕਈ ਹੀ ਜਿਹੜੇ ਸਿੱਖ ਹੈ ਉਹ ਦੀਵਾਲੀ ਵਿਸਾਖੀ ਦੇ ਉੱਤੇ ਦਰਬਾਰ ਸਾਹਿਬ ਇਕੱਠੇ ਹੁੰਦੇ ਸੀ ਗੁਰਮਤੇ ਕਰਨ ਨੂੰ, ਆਪਣੀ ਜੋ ਵੀ ਕਾਰਗੁਜ਼ਾਰੀ ਆ ਉਹਨੂੰ ਡਿਸਕਸ ਕਰਨ ਨੂੰ ਅਤੇ ਅੱਗੇ ਦਾ ਜਿਹੜਾ ਪਲਾਨ ਆ ਉਹਨੂੰ ਉਲੀਕਣ ਨੂੰ। ਹੁਣ ਇਹਦੇ ਵਿੱਚ ਜਿਹੜੀ ਗੱਲ ਇੰਪੋਰਟੈਂਟ ਹੈ ਉਹ ਇਹ ਹੈ ਜੀ ਕਿ ਇਸੇ ਤਰੀਕੇ ਨਾਲ ਜਦੋਂ ਭਾਈ ਮਨੀ ਸਿੰਘ ਹੋਣੀ ਜਿਹੜੇ ਹੈਗੇ ਆ ਹੈ ਨਾ ਉਹ ਦੀਵਾਲੀ ਦੇ ਉੱਤੇ ਬਕਾਇਦਾ ਇਕੱਠ ਕਰਨ ਦੀ ਗੱਲ ਹੋ ਜਾਂਦੀ ਆ, ਅਤੇ ਲਖਪਤ ਰਾਏ ਅਤੇ ਜ਼ਕਰੀਆ ਖਾਨ ਜਿਹੜਾ ਹੈ ਉਹਨਾਂ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਉਹ ਪਹਿਲਾਂ ਤਾਂ ਕਹਿੰਦੇ ਕਿ ਠੀਕ ਆ ਸਾਨੂੰ ਤੁਸੀਂ 5000 ਉਸ ਸਮੇਂ ਦੀਆਂ ਮੋਹਰਾਂ ਦੇ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ। ਔਰ ਜਦੋਂ ਇੰਨੀ ਗੱਲ ਹੋ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਦਾ ਮਨ ਹੁੰਦਾ ਕਿ ਬਾਰ-ਬਾਰ ਹਰ ਇੱਕ ਜਗ੍ਹਾ 'ਤੇ ਖੁੰਝਿਆਂ ਤੋਂ ਸਿੱਖਾਂ ਨੂੰ ਫੜ ਕੇ ਮਾਰਨ ਨਾਲੋਂ ਚੰਗਾ ਆ ਇੱਕੋ ਜਗ੍ਹਾ 'ਤੇ ਇਕੱਠੇ ਹੋਏ ਹੋਣਗੇ ਉੱਥੇ ਹੀ ਮਾਰ ਦਾਂਗੇ। ਤਾਂ ਭਾਈ ਮਨੀ ਸਿੰਘ ਨੂੰ ਜਦੋਂ ਇਹ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਤਰ੍ਹਾਂ ਹੋਊਗਾ ਤਾਂ ਉਹ ਉਸ ਚੀਜ਼ ਨੂੰ ਕੈਂਸਲ ਕਰ ਦਿੰਦੇ ਆ। ਤਾਂ ਫਿਰ ਜਿਹੜੀ ਉਹਨਾਂ ਦੀ ਸ਼ਹਾਦਤ ਹੁੰਦੀ ਆ ਉਹ ਬਕਾਇਦਾ ਇਸੇ ਕਰਕੇ ਹੁੰਦੀ ਆ ਕਿਉਂਕਿ ਉਹ ਜਿਹੜਾ 5000 ਕਿਉਂਕਿ ਸਿੱਖ ਇਕੱਠੇ ਨਹੀਂ ਹੋਏ, ਭੇਟਾਂ ਨਹੀਂ ਚੜ੍ਹੀਆਂ ਔਰ ਭੇਟਾਂ ਦੇ ਵਿੱਚੋਂ ਹੀ ਉਹ 5000 ਜਾਣਾ ਸੀਗਾ ਜੋ ਨਹੀਂ ਜਾ ਸਕਿਆ, ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਫਿਰ ਸ਼ਹਾਦਤ ਵੀ ਹੁੰਦੀ ਆ। ਇਸੇ ਤਰੀਕੇ ਦੇ ਨਾਲ ਸੋ ਇੱਕ ਤਾਂ ਆਪਣਾ ਇਹ ਇੰਪੋਰਟੈਂਟ ਗੱਲ ਆ ਕਿ ਭਾਈ ਮਨੀ ਸਿੰਘ ਹੋਣਾ ਦਾ ਜ਼ਿਕਰ ਮੈਂ ਸਿਰਫ ਇਸ ਲਈ ਕੀਤਾ ਕਿਉਂਕਿ ਇਹ ਤੁਹਾਡੀ ਇਤਿਹਾਸ ਦੇ ਵਿੱਚ ਦਰਜ ਗੱਲ ਆ, ਤਾਂ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਵਾਕਈ ਦੀਵਾਲੀ ਔਰ ਵਿਸਾਖੀ ਦਾ ਜਿਹੜਾ ਮਹੱਤਵ ਸੀਗਾ ਸਿੱਖਾਂ ਲਈ ਉਹ ਸੀਗਾ ਇਕੱਠੇ ਹੋ ਕੇ ਹੋ ਇਕੱਤਰ ਮਿਲ ਮੇਰੇ ਭਾਈ ਹੈ ਨਾ, ਉਹਦੇ ਵਿੱਚ ਦੁਵਿਧਾਵਾਂ ਵੀ ਦੂਰ ਕਰੋ ਜਾਂ ਆਪਣੀਆਂ ਜੋ ਉਹਨਾਂ ਦੀਆਂ ਜੋ ਵੀ ਗੁਰਮਤੇ ਵੀ ਪਾਓ, ਅੱਗੇ ਵਾਸਤੇ ਵੀ ਆਪਣੇ ਆਪ ਨੂੰ ਪ੍ਰਿਪੇਅਰ ਕਰੋ। ਤਾਂ ਉਹ ਜਿਹੜੀ ਚੀਜ਼ ਆਪਾਂ ਗਵਾਤੀ ਆ। ਆਪਾਂ ਹੁਣ ਦੀਵਾਲੀ 'ਤੇ ਇਕੱਠੇ ਹੁੰਦੇ ਹੀ ਨਹੀਂ, ਦੀਵਾਲੀ ਵਿਸਾਖੀ ਅਸੀਂ ਜਾਂਦੇ ਹੀ ਨਹੀਂ। ਅਸੀਂ ਦਰਬਾਰ ਸਾਹਿਬ ਅਗਰ ਜਿਹੜੇ ਜਾਂਦੇ ਆ ਉਹ ਵੀ ਜਾ ਕੇ ਆਤਿਸ਼ਬਾਜ਼ੀ ਵੇਖ ਕੇ ਆ ਜਾਂਦੇ ਆ। ਸੋ ਇਹ ਉਹਨਾਂ ਦੀ ਮੈਂ ਭਾਈ ਸਾਹਿਬ ਹੋਣਾ ਦੀ ਗੱਲ ਦੇ ਨਾਲ ਸਹਿਮਤ ਹਾਂ। ਅਗਲੀ ਗੱਲ ਆ ਜਾਈਏ, ਜਿਹੜਾ ਇੰਪੋਰਟੈਂਟ ਇਤਿਹਾਸ ਹੈ ਸਾਡਾ ਦੀਵਾਲੀ ਦਾ ਉਹ ਕੀ ਆ। ਜਦੋਂ 1762 ਦਾ ਜਿਹੜਾ ਵੱਡਾ ਘੱਲੂਘਾਰਾ ਹੁੰਦਾ ਨਾ ਤਾਂ ਉਦੋਂ ਅਹਿਮਦ ਸ਼ਾਹ ਅਬਦਾਲੀ ਦੀ ਜਦੋਂ ਫੌਜ ਜਿਹੜੀ ਆ ਉਹ ਬਹੁਤ ਸਾਰੇ ਆਪਣੇ ਸਿੱਖ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪਤਾ ਨਹੀਂ 30,000 ਸਿੱਖ ਮਾਰ ਦਿੱਤਾ ਜਾਂ ਜਿੰਨੇ ਵੀ, ਕੁਛ ਕੁ ਜਿਹੜੇ ਆਪਣੇ ਸਿੱਖ ਹੈ ਉਹ ਸ਼ਹਾਦਤ ਤੋਂ ਜਿਹੜੇ ਬਚੇ, ਉਹਨਾਂ ਨੂੰ
ਉਹ ਸਾਈਡ ਤੇ ਰਹਿ ਗਏ, ਬਾਕੀ ਜਿਹੜੇ ਸ਼ਹੀਦ ਹੋ ਗਏ। ਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਆ ਉਹਨੇ ਆਪਣਾ ਸਾਡਾ ਸਰੋਵਰ ਵੀ ਉਦੋਂ ਜਦੋਂ ਪੂਰ ਦਿੱਤਾ ਸੀਗਾ। ਫਿਰ ਉਹ 100-150 ਜਿਹੜਾ ਸਿੱਖ ਬਾਕੀ ਬਚਿਆ ਤਾਂ ਉਹਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਹੋਣਾ ਦੀ ਅਗਵਾਈ ਦੇ ਵਿੱਚ ਉਹ ਜੈਨ ਖਾਨ ਕੋਲ ਜਾਂਦੇ ਨੇ, ਜਿਹਦਾ ਕਿ ਦੀਵਾਨ ਸੀਗਾ ਲਕਸ਼ਮੀ ਨਾਰਾਇਣ। ਔਰ ਲਕਸ਼ਮੀ ਨਾਰਾਇਣ ਕੋਲੋਂ ਜਦੋਂ ਉਹ ਕਹਿੰਦੇ ਨੇ ਕਿ ਸਾਨੂੰ ਕੁਛ ਜਿਹੜੀ ਮਾਲੀ ਜਿਹੜੇ ਪੈਸੇ ਆ ਉਹ ਚਾਹੀਦੇ, ਸਾਨੂੰ ਹੈਲਪ ਚਾਹੀਦੀ ਆ, ਤਾਂ ਉਹ ਸਿੱਧਾ ਉਹ ਐਸਾ ਨਹੀਂ ਕਿ ਉਹਨਾਂ ਕੋਲ ਬੜਾ ਉਹ ਤਰਲੇ ਨਾਲ ਗਏ ਸੀ। ਉਹ ਕਹਿੰਦੇ ਕਿ ਜਾਂ ਤਾਂ ਤੂੰ ਦੇ ਦੇ, ਨਹੀਂ ਤਾਂ ਸਿੱਧੀ ਤਰ੍ਹਾਂ, ਨਹੀਂ ਤਾਂ ਫਿਰ ਲੜ ਕੇ ਕਰਾਂਗੇ ਜਿੱਦਾਂ ਵੀ, ਕਿਉਂਕਿ ਸਾਨੂੰ ਚਾਹੀਦੇ ਆ। ਉਸ ਟਾਈਮ 'ਤੇ ਉਹਨਾਂ ਕੋਲ ਸਭ ਕੁਛ ਜੋ ਹੈ ਉਹ ਖ਼ਤਮ ਹੋ ਚੁੱਕਾ ਸੀਗਾ। ਉਹ ਜਦੋਂ ਉਹਨਾਂ ਨੇ ਉਹ ਪੈਸੇ ਜਿਹੜੇ ਹੈਗੇ ਆ ਉਹ ਲਕਸ਼ਮੀ ਨਾਰਾਇਣ ਦੇ ਦਿੰਦਾ, ਕਿਉਂਕਿ ਜੈਨ ਖਾਨ ਕਹਿੰਦਾ ਆ ਕਿ ਤੂੰ ਦੇ ਦੇ, ਅਤੇ ਇੱਥੇ ਸ਼ਹਿਰ ਦੇ ਵਿੱਚ ਰੌਲਾ ਨਹੀਂ ਪੈਣਾ ਚਾਹੀਦਾ। ਜਦੋਂ ਇਹ ਅੱਗੇ ਜਾਣਗੇ ਪੈਸੇ ਲੈ ਕੇ, ਨਿਕਲਣਾ ਤਾਂ ਇਹਨਾਂ ਨੇ ਸ਼ਹਿਰ 'ਚੋਂ ਬਾਹਰ ਹੀ ਆ ਨਾ, ਅਤੇ ਉਦੋਂ ਇਹਨਾਂ ਨੂੰ ਫੜ ਲਾਂਗੇ। ਅਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਜਿਹੜੇ ਔਰ ਇਸ ਤਰ੍ਹਾਂ ਕਰਦੇ ਆ ਉਹ ਆਪਣੇ ਬਕਾਇਦਾ 100-150 ਘੋੜ ਸਵਾਰ ਜਿਹੜਾ ਉਹ ਪੈਦਲ ਸਿੱਖਾਂ ਦੇ ਜਿਹੜੇ ਘੋੜ ਸਵਾਰ ਜਿਹੜੇ ਸਿੱਖ ਪੈਦਲ ਸੀ ਉਹਨਾਂ ਦੇ ਮਗਰ ਭੇਜਦੇ ਆ। ਔਰ ਉੱਥੇ ਜਾ ਕੇ ਜਦੋਂ ਘੋੜ ਸਵਾਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਲੜਾਈ ਕਰਦੇ ਆ, ਤਾਂ ਉਹ ਫਿਰ ਸਿੱਖ ਸੀਗੇ ਅੱਗੋਂ ਯੋਧੇ, ਔਰ ਉਹਨਾਂ ਨੇ ਉਹ ਜਿਹੜੇ ਉਹਨਾਂ ਦੇ ਘੋੜੇ ਆ ਉਹ ਵੀ ਉਹ ਖੋਹ ਲੈਂਦੇ ਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਰਾਖੀ ਸਿਸਟਮ ਸ਼ੁਰੂ ਕਰ ਦਿੱਤਾ ਆਸ-ਪਾਸ ਦੇ ਪਿੰਡਾਂ ਦੇ ਵਿੱਚ, ਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਤੁਹਾਡੀ ਰਾਖੀ ਕਰਾਂਗੇ, ਹੈ ਨਾ, ਔਰ ਤੁਸੀਂ ਸਾਨੂੰ ਜਿਹੜਾ ਉਹਦਾ ਰਾਖੀ ਦੇ ਜਿਵੇਂ ਇਵਜ਼ ਦੇ ਵਿੱਚ ਜੋ ਵੀ ਦੋਗੇ, ਤਾਂ ਉਹਦੇ ਆਟਾ ਦਾਲ ਜੋ ਵੀ ਉਹ ਲੈਂਦੇ ਰਹੇ ਉਦੋਂ। ਉਸ ਤੋਂ ਬਾਅਦ ਉਸ ਥੋੜ੍ਹੇ ਟਾਈਮ ਬਾਅਦ ਜਿਹੜਾ ਹੈਗਾ 2-3 ਹੁਣ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ ਰਾਖੀ ਸਿਸਟਮ ਦੇ ਵਿੱਚ ਆ ਕੇ ਇਹ ਸਿੱਖ ਜਿਹੜੇ ਸਾਨੂੰ ਬਚਾ ਰਹੇ ਆ, ਔਰ ਜਿਹੜੇ ਬਾਕੀ ਆ ਉਹ ਸਾਨੂੰ ਜਿਹੜੇ ਜ਼ਕਰੀਆ ਖਾਨ ਹੋਣੀ ਉਹ ਸਾਨੂੰ ਮਾਰਦੇ ਆ, ਤਾਂ ਉਹ ਕੀ ਕਰਦੇ ਆ, ਉਹ ਵੀ ਬਕਾਇਦਾ ਅੰਮ੍ਰਿਤ ਛਕ ਕੇ ਅਤੇ ਸਿੱਖਾਂ ਦੇ ਨਾਲ ਹੋਰ ਰਲਦੇ ਆ। ਫਿਰ ਜਦੋਂ ਦੀਵਾਲੀ ਆਉਂਦੀ ਆ ਤਾਂ ਉਸ ਦੀਵਾਲੀ ਦੇ ਉੱਤੇ 1762 ਤੋਂ ਬਾਅਦ ਜਿਹੜੀ ਦੀਵਾਲੀ ਆਉਂਦੀ ਆ, 17 ਅਕਤੂਬਰ 1762 ਨੂੰ ਜਿਹੜੀ ਦੀਵਾਲੀ ਆਉਂਦੀ ਆ, ਤਾਂ ਉਹਦੇ ਵਿੱਚ ਜਿਹੜੇ ਸਾਡੇ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਣੀ ਉਹ ਬਕਾਇਦਾ ਇਸ ਨੂੰ ਜ਼ਕਰੀਆ ਖਾਨ ਨੂੰ ਚਿੱਠੀ ਭੇਜਦੇ ਆ ਕਿ ਤੂੰ ਸਾਡਾ ਸਰੋਵਰ ਪੂਰਿਆ ਸੀ, ਇਸ ਕਰਕੇ ਅਸੀਂ ਤੇਰੇ ਕੋਲ ਬਦਲਾ ਜ਼ਰੂਰ ਲੈਣਾ, ਅਤੇ ਅਸੀਂ ਸਿੱਧੇ ਮੱਥੇ ਹੋ ਕੇ ਟੱਕਰਨਾ, ਅਤੇ ਤੂੰ ਦੱਸ ਕਿ ਕਦੋਂ ਟੱਕਰੇਗਾ। ਉਹ ਫਿਰ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਟੱਕਰਦੇ ਆ। ਔਰ ਜਦੋਂ ਉੱਥੇ ਉਹ ਜਾ ਕੇ ਦੇਖਦਾ ਵੀ ਉਹ ਤਾਂ 100-150 ਹੀ ਰਹਿ ਗਏ ਸੀਗੇ, ਅਤੇ ਫਿਰ 60,000 ਦੇ ਆਸ-ਪਾਸ ਕਿੰਨੇ ਸਿੱਖ ਕਿੱਥੋਂ ਇਕੱਠੇ ਹੋ ਗਏ। ਉਦੋਂ ਫਿਰ ਉਹਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਖਾਲਸਾ ਹੈ ਨਾ ਉਹ ਮਰਦਾ ਹੈ ਨਾ ਉਹ ਜੰਮਦਾ, ਉਹ ਪ੍ਰਗਟ ਹੁੰਦਾ ਹੈ। ਪ੍ਰਗਟੇ ਉਹ ਖਾਲਸਾ ਪਰਮਾਤਮ ਕੀ ਮੌਜ। ਸੋ ਦੀਵਾਲੀ ਵਾਲੇ ਦਿਨ ਉੱਥੇ ਇਹ ਜਿਹੜੀ ਲੜਾਈ ਹੁੰਦੀ ਆ, ਔਰ ਉਸ ਲੜਾਈ ਨੂੰ ਪਿਪਲੀ ਸਾਹਿਬ ਜਿਹੜਾ ਛਹਾਟਾ ਲਾਗੇ ਗੁਰਦੁਆਰਾ ਉਹ ਅੱਜ ਵੀ ਤੁਸੀਂ ਦੇਖ ਸਕਦੇ ਆ। ਸੋ ਸਾਡੇ ਵਾਸਤੇ ਜਿਹੜਾ ਦੀਵਾਲੀ ਦਾ ਇਤਿਹਾਸ ਆ, ਮੇਰੇ ਹਿਸਾਬ ਨਾਲ, ਕਿਉਂਕਿ ਜਿਹੜੀ ਸਾਡੇ ਕੋਲ ਡੇਟ ਪੱਕੀ ਹੈਗੀ ਆ, ਸਾਨੂੰ ਪਤਾ ਆ, ਅਸੀਂ ਉਹਨੂੰ ਸਾਂਭ ਕੇ ਰੱਖੀਏ ਤਾਂ ਉਹ ਸਾਡੇ ਵਾਸਤੇ ਸਾਡੀ ਜਿੱਤ ਦਾ ਦੇਣਾ ਹੈ ਨਾ। ਅਤੇ ਇਹਦੇ ਜਿਹੜੇ ਦੋ ਸੋਰਸਿਸ ਨੇ, ਇੱਕ ਤਾਂ ਅਹਿਮਦ ਸ਼ਾਹ ਦੁਰਾਨੀ ਫਾਦਰ ਆਫ ਮਾਡਰਨ ਅਫਗਾਨਿਸਤਾਨ ਬਾਈ ਡਾਕਟਰ ਗੰਡਾ ਸਿੰਘ, ਉਹਨਾਂ ਦੀ ਕਿਤਾਬ ਦੇ ਵਿੱਚ ਵੀ ਹੈਗਾ, ਔਰ ਦੂਜੀ ਜਿਹੜੀ ਕਿਤਾਬ ਹੈ ਅਬਦਾਲੀ ਸ਼ਾਹ ਸਿੱਖ ਅਤੇ ਵੱਡਾ ਘੱਲੂਘਾਰਾ ਬਾਈ ਸਵਰਨ ਸਿੰਘ ਚੂਸਲੇਵਾਲਾ, ਇਹਨਾਂ ਦੀ ਕਿਤਾਬ ਦਾ ਪੇਜ ਨੰਬਰ 98 ਅਤੇ ਫਿਰ ਪੇਜ ਨੰਬਰ 110, ਉਹਦੇ 'ਤੇ ਤੁਹਾਨੂੰ ਇਹ ਜਿਹੜੀਆਂ ਜੋ ਮੈਂ ਗੱਲਾਂ ਦੱਸੀਆਂ ਉਹਦੇ ਹਵਾਲੇ ਮਿਲ ਜਾਣਗੇ। ਸੋ ਬੇਸਿਕਲੀ ਆਪਾਂ ਇਹ ਕਹੀਏ ਕਿ ਸਿੱਖਾਂ ਦਾ ਅਤੇ ਦੀਵਾਲੀ ਦਾ ਜਿਹੜਾ ਹੈਗਾ ਉਹ ਇੰਨਾ ਕੁ ਹੈ ਕਿ ਇੱਕ ਤਾਂ ਸਾਡੇ ਗੁਆਂਢੀਆਂ ਦਾ, ਕਿਉਂਕਿ ਸਾਡੇ ਗੁਆਂਢ ਦੇ ਵਿੱਚ ਹਿੰਦੂ ਵੀ ਰਹਿੰਦੇ ਨੇ, ਤਾਂ ਉਹਨਾਂ ਦਾ ਆਪਣਾ ਖੁਸ਼ੀ ਦਾ ਦਿਨ ਹੈ, ਤਾਂ ਅਸੀਂ ਹਰ ਕਿਸੇ ਦੀ ਖੁਸ਼ੀ 'ਚ ਸਾਂਝੇ ਹਾਂ। ਦੂਜੀ ਗੱਲ ਸਾਡੇ ਵਾਸਤੇ ਉਹ ਇੰਨਾ ਕੁ ਹੈ ਕਿ ਅਸੀਂ ਉਸ ਦਿਨ ਨੂੰ, ਕਿਉਂਕਿ ਸਾਡੇ ਜਿਹੜੇ ਯੋਧੇ ਸੀ ਉਹ ਜੰਗਲਾਂ ਦੇ ਵਿੱਚ ਸੀਗੇ, ਉਹਨਾਂ ਨੇ ਇੱਕ ਦਿਨ ਨਿਰਧਾਰਿਤ ਕੀਤਾ ਹੋਇਆ ਸੀ ਕਿ ਆਪਾਂ 2 ਦਿਨ ਨਿਰਧਾਰਿਤ ਕੀਤੇ ਹੋਏ ਸੀ, ਇੱਕ ਦੀਵਾਲੀ ਦਾ ਇੱਕ ਵਿਸਾਖੀ ਦਾ, ਤਾਂ ਉਹ ਬਕਾਇਦਾ ਦੀਵਾਲੀ 'ਤੇ ਆ ਕੇ ਮਿਲਦੇ ਸੀ, ਗੁਰਮਤੇ ਪੈਂਦੇ ਸੀ, ਅਗਲੇ ਵਾਸਤੇ ਆਪਣੇ ਜਿਹੜੀਆਂ ਰਣਨੀਤੀਆਂ ਬਣਦੀਆਂ ਸੀਗੀਆਂ। ਹੁਣ ਵੀ ਸਾਨੂੰ ਤਕਰੀਬਨ ਕੁਛ ਐਸਾ ਹੀ ਕਰਨ ਦੀ ਲੋੜ ਆ ਜਿੱਥੇ ਕੌਮ ਇਕੱਠੀ ਹੋ ਕੇ ਬੈਠੇ। ਤਾਂ ਉਹ ਇੱਕ ਦਿਨ ਸੀ ਜਦੋਂ ਕੌਮ ਇਕੱਠੀ ਹੋ ਕੇ ਬੈਠਦੀ ਸੀ। ਔਰ ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਉਂਦੇ ਆ, ਹੈ ਨਾ, ਤਾਂ ਉਹ ਇੱਕ ਜਿਹੜਾ ਸਾਡੇ ਵਾਸਤੇ ਇਤਿਹਾਸਕ ਦਿਨ ਆ, ਜਿਹਨੂੰ 17 ਅਕਤੂਬਰ 1762 ਦੀ ਦੀਵਾਲੀ ਨੂੰ ਕਿਹਾ ਜਾ ਸਕਦਾ। ਇੰਨੀ ਮੈਨੂੰ ਲੱਗਦਾ ਕਿ ਜਿਹੜੇ 2 ਕੁਐਸਚਨ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਪ੍ਰੋਪਰ ਤਰੀਕੇ ਨਾਲ ਡਿਸਕਸ ਕੀਤੇ ਜਾ ਸਕਣ। ਜੇ ਇਹਨਾਂ ਵਿੱਚ ਕੋਈ ਵੀ ਕਮੀਆਂ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਖਿਮਾ ਦੀ ਜਾਚਕ ਹਾਂ ਜੀ। ਬਾਕੀ ਤੁਸੀਂ ਆਪਣੇ ਜਿਹੜੇ ਮੈਨੂੰ ਕਮੈਂਟਸ ਜਾਂ ਕੰਪਲੀਮੈਂਟਸ ਜਾਂ ਕੁਐਸਚਨਸ ਜਾਂ ਸ਼ਿਕਾਇਤਾਂ ਉਹ ਜ਼ਰੂਰ ਲਿਖ ਕੇ ਭੇਜਿਓ। ਆਪਾਂ ਉਹਨਾਂ ਨੂੰ ਅੱਗੇ ਤੋਂ ਵੀ ਧਿਆਨ ਰੱਖਾਂਗੇ ਕਿ ਉਹ ਜਿਹੜੀਆਂ ਜੋ ਸ਼ਿਕਾਇਤਾਂ ਤੁਹਾਡੀਆਂ ਹੈਗੀਆਂ ਉਹ ਨਾ ਹੋਣ। ਇੰਨੀ ਗੱਲ ਕਹਿੰਦੇ ਹੋਏ
ਆਪ ਸਭ ਤੋਂ ਆਗਿਆ ਲੈਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ